पंज प्याले पंज पीर, छठम पीर बैठा गुर भारी। अर्जुन काया पलट कै, मूरत हर गोबिंद सवारी। चली पीड़ी सोडिया, रूप दिखावन वारो वारी। दल भंजन गुर सूरमा, बड़ योधा बहु पार उपकारी। दल भंजन गुर सूरमा, बड़ योधा बहु पार उपकारी। सूरा सो पहचानिए, जो लरै दीन के हेत। पुरजा पुरजा कट मारै, कबहू न छाड़ै खेत। अमें दृष्ट शुभ करै, हरै अग पाप सकल मल। काम क्रोध हर लोभ मोह, वस करै सबै बल। सदा सुख मन वसै, दुख संसार खोवै। गुर नव निध दरियाओ, जन्म हम कालख धोवै। सुकहो टल गुर सेवियै, अहनिस सहज सुभाए। दर्शन परसै गुरु कै, जन्म मरण दुख जाय। दर्शन परसै गुरु कै, जन्म मरण दुख जाय। सतनाम श्री वाहिगुरु साहिब जी। तिलंग महला नावा काफी। एक ओंकार सतगुर प्रसाद। चेतना है तो चेत लै, निस दिन मैं प्राणी। छिन छिन औद बिहात है, फूटै घट ज्यो पानी। चेतना है तो चेत लै, निस दिन मैं प्राणी। छिन छिन औद बिहात है, फूटै घट ज्यो पानी। रहाओ हर गुण काहे न गावही, मूर्ख अज्ञाना। झूठै लालच लाग कै, नह मरन पछाना। अजहू कछ बिगड़ियो नहीं, जो प्रभ गुण गावै। कहो नानक तेह भजन ते, निरभै पद पावै। अजहू कछ बिगड़ियो नहीं, जो प्रभ गुण गावै। कहो नानक तेह भजन ते, निरभै पद पावै। वाहिगुरु जी का खालसा, वाहिगुरु जी की फतेह। सच्चे पातशाह तख्त चबर छत्र दे मालक, जागदी जोत 10 पातशाहियां दे
ਆਤਮਕ ਸਵਰੂਪ ਕਰੁਣਾ ਨਿਧਾਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਸਤ ਸੰਗਤ ਦੀਆਂ ਪਵਿੱਤਰ ਘੜੀਆਂ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਜੀ ਦੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਅੰਮ੍ਰਿਤ ਗੁਰਬਾਣੀ ਦੀ ਆਪ ਲੜੀਵਾਰ ਕਥਾ ਸਰਵਣ ਕਰਦੇ ਹੋ। ਜਿੱਥੇ ਘੱਲੂਘਾਰੇ ਦੇ ਇਹ ਦਿਨ ਚੱਲ ਰਹੇ ਹਨ, ਅੱਜ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧਰਮਵੀਰ ਸਤਿਗੁਰੂ ਜੀ ਦਾ ਗੁਰਤਾ ਗੱਦੀ ਤੇ ਬੈਠਣ ਦਾ ਦਿਨ ਹੈ। ਸੱਚੇ ਪਾਤਸ਼ਾਹ ਮਹਾਰਾਜ ਅੱਜ ਦੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਪ੍ਰਾਪਤ ਹੋਈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਜਿਸ ਦਿਨ ਸਤਿਗੁਰਾਂ ਜੀ ਦਾ ਗੁਰਤਾ ਗੱਦੀ ਪੁਰਬ ਹੁੰਦਾ ਹੈ, ਉਸ ਦਿਨ ਜਲਾਓ ਲੱਗਦਾ ਹੈ। ਵਿਸ਼ੇਸ਼ ਪੁਰਬਾਂ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਜਲਾਓ ਲਾਇਆ ਜਾਂਦਾ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਇਹ ਰਸਮ ਹਜ਼ੂਰ ਨੇ ਆਪਣੇ ਹੱਥੀਂ ਕੀਤੀ। ਜਦੋਂ ਸਤਿਗੁਰਾਂ ਜੀ ਦਾ ਸ਼ਹੀਦੀ ਸਾਕਾ ਹੁੰਦਾ ਹੈ, ਉਸ ਤੋਂ ਉਪਰੰਤ ਸਾਰੀ ਮਰਿਆਦਾ ਨਿਭਾ ਕੇ ਸਤਿਗੁਰਾਂ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਾਲੇ ਅਸਥਾਨ 'ਤੇ ਦੀਵਾਨ ਸਜਾਇਆ। ਜਿਸ ਸਜੇ ਹੋਏ ਦੀਵਾਨ ਦੇ ਅੰਦਰ ਫਿਰ ਰਸਮੀ ਤੌਰ 'ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਿਆਈ ਤਖਤ ਦੇ ਉੱਪਰ ਵਿਰਾਜਮਾਨ ਹੋਏ। ਸੰਖੇਪ ਰੂਪ ਵਿੱਚ ਇਹ ਆਪਾਂ ਇਤਿਹਾਸ ਸਰਵਣ ਕਰਕੇ ਤੇ ਫਿਰ ਸ਼ਹੀਦਾਂ ਦੇ ਚਰਨ ਪਰਸਦੇ ਹੋਏ ਲੜੀਵਾਰ ਕਥਾ ਸਰਵਣ ਕਰਦੇ ਹਾਂ। ਜਹਾਂਗੀਰ ਬਾਦਸ਼ਾਹ ਦਾ ਦੀਵਾਨ ਜਿਹੜਾ ਸੀ ਪਾਪੀ ਚੰਦੂ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਨਾਲ ਵੈਰ ਕਮਾਉਂਦਿਆਂ ਹੋਇਆਂ ਇਸ ਨੇ ਜਹਾਂਗੀਰ ਦੇ ਬਹੁਤ ਸਾਰੇ ਕੰਨ ਭਰ ਦਿੱਤੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸੰਗਤ ਦਾ ਜੋ ਭੇਜਿਆ ਹੋਇਆ ਪੱਤਰ ਸੀ, ਕਿਉਂਕਿ ਇਸ ਨੇ ਹੰਕਾਰ ਨਾਲ ਕਿਹਾ ਸੀ ਕਿ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਦਿੱਤੀ ਹੈ। ਇਹ ਗੱਲ ਦਿੱਲੀ ਦੀ ਸਿੱਖ ਸੰਗਤ ਨੂੰ ਚੰਗੀ ਨਹੀਂ ਲੱਗੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੂੰ ਮੋਰੀ ਦੱਸਦਾ ਹੈ ਅਤੇ ਆਪਣੇ ਆਪ ਨੂੰ ਚੁਬਾਰਾ ਦੱਸਦਾ ਹੈ। ਬਾਦਸ਼ਾਹ ਦਾ ਦੀਵਾਨ ਹੋਣੇ ਕਰਕੇ ਸੰਗਤਾਂ ਦੇ ਮਨ ਵਿੱਚ ਰੋਸ ਸੀ। ਗੁਰੂ ਘਰ ਦੀ ਲਹਾਈ ਸੰਗਤਾਂ ਨੇ ਬਰਦਾਸ਼ਤ ਨਾ ਕੀਤੀ ਅਤੇ ਸਤਿਗੁਰੂ ਜੀ ਕੋਲ ਪੱਤਰ ਲਿਖਿਆ। ਮਹਾਰਾਜ ਨੂੰ ਜਦੋਂ ਪੱਤਰ ਮਿਲਦਾ ਹੈ, ਕਿਉਂਕਿ ਸਤਿਗੁਰਾਂ ਦਾ ਸ਼ਹੀਦੀ ਪੁਰਬ ਵੀ ਆਵੇਗਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੇ ਸਮੇਂ ਸੰਗਤ ਦੀ ਆਈ ਹੋਈ ਬੇਨਤੀ ਨੂੰ ਉਸੇ ਵਕਤ ਪ੍ਰਵਾਨ ਕੀਤਾ। ਕਿਹਾ ਸੀ ਸੰਗਤ ਨੇ, ਮਹਾਰਾਜ ਇਹ ਹੰਕਾਰੀ ਹੈ, ਆਪਣੇ ਆਪ ਨੂੰ ਚੁਬਾਰਾ ਦੱਸਦਾ ਅਤੇ ਮਹਾਰਾਜ ਆਪ ਜੀ ਦੇ ਘਰ ਨੂੰ ਮੋਰੀ ਦੀ ਨਿਆਈ ਦੱਸਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਤੇ ਸਮੇਂ ਇਹਦਾ ਰਿਸ਼ਤਾ ਸੰਗਤ ਦੇ ਬੇਨਤੀ ਕਰਨ ਤੋਂ ਮਹਾਰਾਜ ਜੀ ਨੇ ਮੋੜ ਦਿੱਤਾ ਸੀ।
ਤੇ ਇਸ ਨੇ ਇਸ ਗੱਲ ਤੋਂ ਖਾਰ ਖਾ ਕੇ ਜਹਾਂਗੀਰ ਦੇ ਕੋਲ ਬਹੁਤ ਸਾਰੀਆਂ ਚੁਗਲੀਆਂ ਕੀਤੀਆਂ। ਜਿੰਨੇ ਦੀਵਾਨ ਚੰਦੂ ਨੇ ਵਜ਼ੀਰ ਸਨ ਉਹ ਸਾਰੇ ਖਰੀਦ ਲਏ ਸੀ। ਕਚਹਿਰੀ ਦੇ ਅੰਦਰ ਜਹਾਂਗੀਰ ਦੀ ਸਭਾ ਵਿੱਚ ਬੈਠਣ ਵਾਲੇ ਕੁਝ ਵਜ਼ੀਰ ਤਾਂ ਇੰਨੇ ਪੈਸੇ ਦੇ ਕਰਕੇ ਆਪਣੇ ਅਧੀਨ ਕਰ ਲਏ ਸੀ, ਕੁਛ ਨੂੰ ਆਪਣੇ ਅਹੁਦੇ ਦਾ ਪ੍ਰਭਾਵ ਦਿਖਾ ਕੇ ਆਪਣੇ ਅਧੀਨ ਕਰ ਲਿਆ ਸੀ। ਇਸ ਕਰਕੇ ਜਦੋਂ ਵੀ ਇਹ ਜੋ ਕੁਝ ਚਾਹੁੰਦਾ ਉਸੇ ਤਰ੍ਹਾਂ ਦੀ ਹੀ ਵਾਰਤਾ ਜਹਾਂਗੀਰ ਦੀ ਸਭਾ ਵਿੱਚ ਚੱਲਦੀ। ਇੱਕੋ ਇੱਕ ਵਜ਼ੀਰ ਖਾਂ ਸੀ ਜਿਹਦਾ ਸਤਿਗੁਰੂ ਜੀ ਦੇ ਦਰ ਘਰ ਦੇ ਉੱਪਰ ਬੜਾ ਅਕੀਦਾ ਸੀ। ਮਹਾਰਾਜ ਜੀ ਨੇ ਇਸ ਦਾ ਜਲੋਦਰ ਦਾ ਰੋਗ ਦੂਰ ਕੀਤਾ ਸੀ। ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲਾ ਇਹ ਵਜ਼ੀਰ ਖਾਂ ਜਦੋਂ ਕਿਤੇ ਜਹਾਂਗੀਰ ਪੁੱਛਦਾ ਤੇ ਜ਼ਰੂਰ ਇਹ ਵਜ਼ੀਰ ਖਾਂ ਕਿਹਾ ਕਰਦਾ ਕਿ ਬਾਦਸ਼ਾਹ, ਜਿਸ ਘਰ ਦੇ ਅੱਗੇ ਹੱਥ ਜੋੜਨੇ ਚਾਹੀਦੇ ਹੈ ਉੱਥੇ ਕਦੇ ਹੱਥ ਉਠਾਉਣਾ ਨਹੀਂ ਚਾਹੀਦਾ। ਗੁਰੂ ਨਾਨਕ ਸਾਹਿਬ ਦਾ ਘਰ ਸਦਾ ਬਖਸ਼ਿਸ਼ ਰਹਿਮਤ ਕਰਦਾ। ਜਿਹੜਾ ਇਸ ਘਰ ਨਾਲ ਮੱਥਾ ਲਾਉਂਦਾ ਉਹਦਾ ਸਰਵਨਾਸ਼ ਹੋ ਜਾਂਦਾ। ਉਹ ਕਦੇ ਸਲਾਮਤ ਨਹੀਂ ਰਹਿ ਸਕਦਾ, ਕਿਉਂਕਿ ਇਹ ਆਪ ਅੱਲਾ ਦਾ ਘਰ ਹੈ। ਇਉਂ ਜਹਾਂਗੀਰ ਟਲ ਵੀ ਜਾਂਦਾ, ਪਰ ਚੰਦੂ ਨੇ ਬਹੁਤ ਸਾਰੀਆਂ ਚੋਰੀਆਂ ਤੇ ਹੋਰ ਕਈ ਕਾਰਨਾਮੇ ਇਸ ਤਰ੍ਹਾਂ ਦੇ ਪੰਜਾਬ ਵਿੱਚ ਕਰਵਾਏ ਅਤੇ ਉਹਨਾਂ ਦੀਆਂ ਸਾਰੀਆਂ ਖਬਰਾਂ ਜਹਾਂਗੀਰ ਨੂੰ ਦੱਸ ਕੇ ਕਿ ਸਾਰੀਆਂ ਚੋਰੀਆਂ ਠੱਗੀਆਂ ਉਪਦਰਵ ਇਹ ਗੁਰੂ ਅਰਜਨ ਸਾਹਿਬ ਕਰਵਾਉਂਦੇ ਹੈ। ਜਹਾਂਗੀਰ ਨੂੰ ਗੁੱਸਾ ਆਪਣਾ ਸੀਗਾ। ਵਾਹਿਗੁਰੂ ਨੂੰ, ਚੰਦੂ ਨੂੰ, ਦੀਵਾਨ ਨੂੰ ਤੇ ਜਹਾਂਗੀਰ ਦੇ ਕੋਲ ਗੁਰੂ ਸਾਹਿਬ ਦੀ ਬਾਬਤ ਕੰਨ ਭਰਦਾ ਰਹਿੰਦਾ ਸੀ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਾਣ ਲਿਆ, ਜਦੋਂ ਜਹਾਂਗੀਰ ਨੇ ਗੁਰੂ ਸਾਹਿਬ ਜੀ ਵਾਸਤੇ ਪਰਵਾਨਾ ਜਾਰੀ ਕੀਤਾ ਕਿ 2.5 ਲੱਖ ਰੁਪਈਆ ਸਾਡੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਜਾਵੇ। ਸੱਚੇ ਪਾਤਸ਼ਾਹ ਜੀ ਨੇ ਇਨਕਾਰ ਕਰ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲਾਹੌਰ ਬੁਲਾਇਆ ਗਿਆ। ਜਦੋਂ ਸਤਿਗੁਰਾਂ ਜੀ ਨੇ ਲਾਹੌਰ ਜਾਣ ਦਾ ਮਹਾਰਾਜ ਜੀ ਨੇ ਤਿਆਰਾ ਕਰਨਾ ਹੈ, ਉਸ ਵਕਤ ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜਾ ਅੱਜ ਪੁਰਬ ਹੈ, ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਲਾਹੌਰ ਵੀ ਕੁਝ ਦਿਨ ਰਹੇ ਹੈ, ਫਿਰ 5 ਦਿਨ ਲਗਾਤਾਰ ਮਹਾਰਾਜ ਜੀ ਯਾਸਾ ਦੀਆਂ ਸਜਾਵਾਂ ਸਹਾਰਦੇ ਹੋਏ ਹਜ਼ੂਰ ਨੇ ਸ਼ਹਾਦਤ ਦਾ ਜਾਮ ਪੀਤਾ ਏ। ਸੱਚੇ ਪਾਤਸ਼ਾਹ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਮਹਾਰਾਜ ਜੀ ਨੇ ਲਾਹੌਰ ਦੇ ਚੱਲਣ ਦਾ ਤਿਆਰਾ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗੁਰਿਆਈ ਬਖਸ਼ਣ ਲੱਗੇ। ਉਹ ਅੱਜ ਦਾ ਦਿਨ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਗਿਆ ਕੀਤੀ ਕਿ ਅਸੀਂ ਆਪਣੇ ਸਾਹਿਬਜ਼ਾਦੇ ਨੂੰ ਗੁਰਿਆਈ ਦੀ ਰਸਮ ਕਰਨੀ ਹੈ। ਇਹ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਵਿਸ਼ੇਸ਼ ਕਰਕੇ ਕਵਿਰਾਜ ਨੇ ਜ਼ਿਕਰ ਕੀਤਾ ਹੈ। ਮਹਾਰਾਜ ਜੀ ਨੇ ਇਹ ਰਸਮ ਉਸ ਵੇਲੇ ਭਾਵੇਂ ਗੁਪਤ ਤੌਰ 'ਤੇ ਕੀਤੀ ਸੀ, ਕੁਝ 94 ਸਿੱਖ ਹੀ ਮਹਾਰਾਜ ਸਾਹਿਬ ਜੀ ਨੇ ਉਸ ਸਮੇਂ ਕੋਲ ਠਹਿਰਾਏ ਸੀ ਅਤੇ ਇਹ ਵੀ ਆਗਿਆ ਕੀਤੀ ਸੀ ਕਿ ਸਾਡੇ ਤੋਂ ਬਾਅਦ ਰਸਮੀ ਤੌਰ 'ਤੇ ਸੰਗਤ ਵਿੱਚ ਇਹ ਸਾਰੀ ਮਰਿਆਦਾ ਨਿਭਾਉਣੀ। ਜਦੋਂ ਸਤਿਗੁਰੂ ਜੀ ਨੇ ਆਗਿਆ ਕੀਤੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਅਸੀਂ ਗੁਰਿਆਈ ਦੀ ਰਸਮ ਕਰਨੀ ਹੈ ਤੇ ਸਾਰੀ ਸਮੱਗਰੀ ਜਿਹੜੀ ਉਹ ਲਿਆਂਦੀ ਜਾਵੇ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਜਾਵੇ। ਸਤਿਗੁਰੂ ਜੀ ਨੇ ਜਦੋਂ ਇਹ ਬਚਨ ਕੀਤੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਸਤਿਗੁਰੂ ਜੀ ਇਹ ਰਸਮ ਉਦੋਂ ਕਰਦੇ
ਜਦੋਂ ਆਪ ਜੋਤੀ ਜੋਤ ਸਮਾਉਣਾ ਹੁੰਦਾ, ਮਹਾਰਾਜ ਆਪ ਤਾਂ ਅਜੇ ਸਿੱਖ ਸੰਗਤਾਂ ਦੀ ਕਲਿਆਣ ਕਰੋ ਗਰੀਬ ਨਵਾਜ, ਇਹ ਰਸਮ ਆਪ ਪਹਿਲਾਂ ਕਿਉਂ ਕਰਨਾ ਚਾਹੁੰਦੇ ਹੋ। ਤੇ ਸਤਿਗੁਰਾਂ ਜੀ ਨੇ ਇਹ ਵਾਕ ਕਹੇ ਸੀ, ਬਾਬਾ ਬੁੱਢਾ ਸਾਹਿਬ ਆਪ ਭਲੀ ਭਾਂਤ ਸਭ ਕੁਝ ਜਾਣਦੇ ਹੋ। ਇਸ ਤਰ੍ਹਾਂ ਜਦੋਂ ਸਤਿਗੁਰਾਂ ਜੀ ਨੇ ਵਾਕ ਕਹੇ, ਫਿਰ ਕੋਈ ਪ੍ਰਸ਼ਨ ਬਾਬਾ ਬੁੱਢਾ ਸਾਹਿਬ ਨਹੀਂ ਕਿਹਾ। ਸਤਿਗੁਰਾਂ ਜੀ ਦੀ ਆਗਿਆ ਵਿੱਚ ਦੇਗ ਤਿਆਰ ਹੋਈ, ਸਾਰੀ ਸਮੱਗਰੀ ਲਿਆਂਦੀ ਗਈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਹਾਰਾਜ ਜੀ ਨੇ ਆਪਣੇ ਥਾਵੇਂ ਤਖਤ ਦੇ ਉੱਪਰ ਬਿਠਾਉਣਾ ਕੀਤਾ ਅਤੇ ਬਾਬਾ ਬੁੱਢਾ ਸਾਹਿਬ ਤੋਂ ਸਤਿਗੁਰਾਂ ਜੀ ਨੇ ਗੁਰਿਆਈ ਦਾ ਤਿਲਕ ਸੀਸ ਦੇ ਉੱਤੇ ਕਢਵਾਇਆ। ਮਹਾਰਾਜ ਜੀ ਨੇ ਪਰਿਕਰਮਾ ਕੀਤੀਆਂ ਅਤੇ ਆਪਣੀ ਜੋਤ ਸਤਿਗੁਰਾਂ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਮਹਾਰਾਜ ਜੀ ਨੇ ਧਰਨਾ ਕੀਤੀ, ਮੱਥਾ ਟੇਕਿਆ। ਛੇਵਾਂ ਸਤਿਗੁਰੂ ਜੀ ਨੇ ਸਰੂਪ ਜਿਹੜਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੂਪ ਵਿੱਚ ਧਾਰਨਾ ਕੀਤਾ। ਇਹ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਰਸਮ ਕਰ ਦਿੱਤੀ ਤਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਬਤ ਜਿਹੜੇ ਉਸ ਸਮੇਂ ਸਿੱਖ ਕੋਲ ਸਨ, ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਆਗਿਆ ਮੁਤਾਬਕ ਕਿ ਜਦੋਂ ਸਾਡੀ ਸ਼ਹਾਦਤ ਹੋਵੇ ਉਦੋਂ ਤੁਸੀਂ ਇਸ ਗੱਲ ਨੂੰ ਜ਼ਾਹਰ ਕਰਨਾ। ਇਹ ਮਹਾਰਾਜ ਜੀ ਨੇ ਪਹਿਲਾਂ ਹੀ ਸਤਿਗੁਰਾਂ ਜੀ ਨੇ ਸਾਰੇ ਬਚਨ ਕਹਿ ਦਿੱਤੇ। ਜਦੋਂ ਸਤਿਗੁਰੂ ਜੀ ਨੇ ਫਿਰ ਤਿਆਰਾ ਕੀਤਾ ਹੈ ਲਾਹੌਰ ਦੇ ਜਾਣ ਵਾਸਤੇ, ਇਹ ਮਹਾਰਾਜ ਜੀ ਦਾ ਜਦੋਂ ਸ਼ਹੀਦੀ ਪੁਰਬ ਆਵੇਗਾ ਉਸ ਦਿਨ ਆਪਾਂ ਸਰਵਣ ਕਰਾਂਗੇ। ਸਤਿਗੁਰੂ ਜੀ ਜਿਵੇਂ ਫਿਰ ਲਾਹੌਰ ਦੇ ਅੰਦਰ ਮਹਾਰਾਜ ਜੀ ਸ਼ਹਾਦਤ ਦਾ ਜਾਮ ਪੀਂਦੇ ਹੈ, ਇਹ ਸਾਰਾ ਇਤਿਹਾਸ ਮਹਾਰਾਜ ਜੀ ਦੇ ਸ਼ਹੀਦੀ ਪੁਰਬ 'ਤੇ ਆਪਾਂ ਸਰਵਣ ਕਰਾਂਗੇ। ਜਦੋਂ ਸਤਿਗੁਰੂ ਜੀ ਦਾ ਸ਼ਹੀਦੀ ਦਾ ਸੰਦੇਸ਼ ਪੰਜੇ ਹੀ ਸਿੱਖ ਲੈ ਕੇ ਅੰਮ੍ਰਿਤਸਰ ਸਾਹਿਬ ਆਏ ਸੀਗੇ, ਮਹਾਰਾਜ ਇਤਿਹਾਸ ਜ਼ਿਕਰ ਕਰਦਾ, ਉਦੋਂ 68 ਘਾਟ ਦੇ ਉੱਤੇ ਮਹਾਰਾਜ ਜੀ ਜਿੱਥੇ ਬੈਠ ਕੇ ਜਿਸ ਸੰਗੇ ਮਰਮਰ ਦਾ ਜਿੱਥੇ ਚਬੂਤਰਾ ਬਣਿਆ, ਪਾਲਕੀ ਸਾਹਿਬ ਬਣੀ ਹੈ, ਇੱਥੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਬੈਠ ਕੇ ਹਜ਼ੂਰ ਸੇਵਾ ਕਰਾਇਆ ਕਰਦੇ ਸੀ। ਮਹਾਰਾਜ ਆਪ ਉੱਥੇ ਸਜੇ ਹੋਏ ਹੈ ਤੇ ਸੰਗਤਾਂ ਹਨ ਸੁਆਇਆ ਕੋਲ ਬੈਠੀਆਂ। ਉਸ ਸਮੇਂ ਪੰਜਾਂ ਸਿੱਖਾਂ ਨੇ ਆ ਕੇ ਸਤਿਗੁਰੂ ਜੀ ਦੇ ਕੋਲ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਦੀ ਖਬਰ ਸੁਣਾਈ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਸੁਣ ਕਰਕੇ ਗਰੀਬ ਨਵਾਜ ਜੀ ਗੰਭੀਰ ਹੋਏ ਤੇ ਘਰ ਵਿੱਚ ਵੀ ਇਸ ਖਬਰ ਦਾ ਪਤਾ ਲੱਗਾ। ਸਤਿਗੁਰਾਂ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਗਿਆ ਕੀਤੀ ਕਿ ਕਿਸੇ ਨੂੰ ਵੀ ਬੈਰਾਗ ਕਰਨ ਤੋਂ ਤੁਸੀਂ ਆਪ ਕਿਰਪਾ ਕਰਕੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਸਿਧਾਂਤ ਦੱਸ ਕੇ ਤੇ ਬੈਰਾਗ ਕਰਨ ਤੋਂ ਹਟਾਓ। ਬਾਬਾ ਬੁੱਢਾ ਸਾਹਿਬ ਜੀ ਨੇ ਸਭ ਨੂੰ ਸਿੱਖਿਆ ਦ੍ਰਿੜਾਈ। ਸੰਸਾਰ ਦੀ ਗਤਾਗਤੀ ਗੁਰੂ ਮਹਾਰਾਜ ਨੇ ਜਿਵੇਂ ਆਪਣੀ ਬਾਣੀ ਵਿੱਚ ਦੱਸੀ ਹੈ, ਆਪ ਬਾਬਾ ਬੁੱਢਾ ਸਾਹਿਬ ਨੇ ਉਸ ਉਪਦੇਸ਼ ਨੂੰ ਘਰ ਵਿੱਚ ਜਿਹੜਾ ਸੀ ਉਹ ਦ੍ਰਿੜ ਕਰਵਾਇਆ। ਫਿਰ ਮਹਾਰਾਜ ਜੀ ਦਾ ਜਿਹੜਾ ਗੁਰਿਆਈ ਦਾ ਜੋ ਆਪਾਂ ਦਿਹਾੜਾ ਮਨਾ ਰਹੇ ਹਾਂ, ਇਹ ਸਤਿਗੁਰਾਂ ਦੀ ਸ਼ਹਾਦਤ ਤੋਂ ਬਾਅਦ ਫਿਰ ਜੋ ਰਸਮੀ ਤੌਰ 'ਤੇ ਸੱਚੇ ਪਾਤਸ਼ਾਹ ਮਹਾਰਾਜ ਇਹ ਸਾਰੀ ਭਾਵੇਂ ਗਰੀਬ ਨਵਾਜ ਜੀ ਮਰਿਆਦਾ ਨਿਭਾ ਗਏ ਸੀਗੇ, ਪਰ ਆਗਿਆ ਕੀਤੀ ਸੀ ਕਿ ਜਦੋਂ ਸਾਡੇ ਸ਼ਹੀਦ ਹੋਣ ਦੀ ਖਬਰ ਮਿਲੇ ਉਦੋਂ ਫਿਰ ਵੱਡਾ ਇਕੱਠ ਕਰਕੇ ਸੰਗਤਾਂ ਦੇ ਅੰਦਰ ਪ੍ਰਤੱਖ ਰੂਪ ਵਿੱਚ ਸਾਡੇ ਸਾਹਿਬਜ਼ਾਦੇ ਨੂੰ ਇਹ ਰਸਮ ਕਰ ਦੇਣੀ। ਤੇ ਬਾਬਾ ਬੁੱਢਾ ਸਾਹਿਬ ਮਹਾਰਾਜ ਦੀ ਉਸ ਆਗਿਆ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤੇ ਸਮੇਂ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਪਿਤਾ ਸਤਿਗੁਰੂ ਜੀ ਦੀ ਜਿਵੇਂ ਆਗਿਆ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਤੇ ਸਮੇਂ ਆਖਿਆ ਕਿ ਬਾਬਾ ਬੁੱਢਾ ਸਾਹਿਬ ਜੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਆਪ ਪਾਠ ਕਰੋ। ਪਿਤਾ ਜੀ ਸ਼ਹੀਦ ਹੋਏ ਹੈ। ਇਹ ਪਾਠ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਕੀਤਾ। ਤੇ ਪਹਿਲਾ ਅਖੰਡ ਜਾਪ ਜਿਹੜਾ ਹੋਇਆ ਸਤਿਗੁਰੂ ਜੀ ਦੀ ਧੁਰ ਕੀ ਬਾਣੀ ਦਾ, ਉਹਦਾ ਜ਼ਿਕਰ ਤਾਂ ਤ੍ਰਿਵੇਣੀ ਦੇ ਅਸਥਾਨ ਤੇ ਜਦੋਂ ਪੰਥਵਾਲੀ ਸਤਿਗੁਰੂ ਜੀ ਦਾ ਆਗਮਨ ਸੀਗਾ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਰਵਾਇਆ ਸੀ। ਤੇ ਇਹ ਜਿਵੇਂ ਗੁਰਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਹਿਜ ਪਾਠ ਕਰਦੇ ਆ ਪਵਿੱਤਰ ਬਾਣੀ ਦਾ, ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਤੇ ਸਤਿਗੁਰਾਂ ਜੀ ਨੇ ਬਾਣੀ ਦਾ ਪਾਠ ਕੀਤਾ। ਅਤੇ ਜਿਸ ਦਿਨ ਸੰਪੂਰਨਤਾ ਹੋਈ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬਹੁਤ ਰੇਸ਼ਮੀ ਦੁਸ਼ਾਲਾ ਹੋਰ ਕੀਮਤੀ ਵਸਤਾਂ ਬਾਬਾ ਬੁੱਢਾ ਸਾਹਿਬ ਨੂੰ ਸਿਰੋਪਾਓ ਵਜੋਂ ਭੇਟ ਕਰਨ ਲੱਗੇ ਜਦੋਂ, ਤੇ ਬਾਬਾ ਬੁੱਢਾ ਸਾਹਿਬ ਨੇ ਆਖਿਆ, ਮਹਾਰਾਜ ਮੈਂ ਤਾਂ ਆਪ ਜੀ ਦੇ ਘਰ ਦਾ ਕੂਕਰ ਹਾਂ, ਸੇਵਾਦਾਰ ਹਾਂ, ਸੇਵਾਦਾਰ ਦਾ ਐਡਾ ਵੱਡਾ ਆਪ ਜੀ ਮਾਣ ਕਰ ਰਹੇ ਹੋ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਆਖਿਆ, ਬਾਬਾ ਬੁੱਢਾ ਸਾਹਿਬ ਜੀ ਇਹ ਅਸੀਂ ਆਪਣੇ ਘਰ ਦੀ ਮਰਿਆਦਾ ਤੋੜ ਰਹੇ ਹਾਂ ਤੇ ਸਿੱਖਾਂ ਨੂੰ ਆਗਿਆ ਕਰ ਰਹੇ ਹਾਂ ਕਿ ਜਦੋਂ ਭਾਵਨਾ ਸਹਿਤ ਸਿੱਖ ਬਾਣੀ ਪੜ੍ਹਨਗੇ, ਉਹਨਾਂ ਦਾ ਜੀ ਲਾ ਕੇ ਜਦੋਂ ਤੁਸੀਂ ਅਦਬ ਕਰੋਗੇ, ਸਰੋਪਾਓ ਭੇਟ ਕਰੋਗੇ, ਨਿਮਰਤਾ ਦੇ ਬੋਲ ਕਹੋਗੇ, ਉਹ ਪੜ੍ਹੀ ਹੋਈ ਬਾਣੀ ਦਾ ਫਲ ਅਤੇ ਕੀਤੀ ਹੋਈ ਸੇਵਾ ਦਾ ਮਹਾਤਮ, ਉਹ ਸਾਰਾ ਕੁਝ ਤੁਹਾਨੂੰ ਪ੍ਰਾਪਤ ਹੋਵੇਗਾ। ਇਹ ਫਿਰ ਸਤਿਗੁਰਾਂ ਜੀ ਨੇ ਸੁੰਦਰ ਦੁਸ਼ਾਲਾ ਬਹੁਤ ਕੀਮਤੀ ਵਸਤਾਂ ਬਾਬਾ ਬੁੱਢਾ ਸਾਹਿਬ ਨੂੰ ਭੇਟ ਕੀਤੀਆਂ। ਗੁਰੂ ਸਾਹਿਬ ਦੇ ਕੋਲੋਂ ਬਾਬਾ ਬੁੱਢਾ ਸਾਹਿਬ ਨੇ ਵਸਤਾਂ ਪ੍ਰਾਪਤ ਕੀਤੀਆਂ। ਫਿਰ ਜਿੱਥੇ ਮਹਾਰਾਜ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਹੈ, ਇੱਥੇ ਦੀਵਾਨ ਸਜਾਇਆ ਗਿਆ। ਬਾਬਾ ਬੁੱਢਾ ਸਾਹਿਬ ਜੀ ਦੀ ਆਗਿਆ ਨਾਲ ਸਭ ਥਾਵਾਂ ਤੇ ਜਿਹੜੇ ਸੀ ਉਹ ਸੁਨੇਹੇ ਭੇਜੇ ਗਏ, ਹੁਕਮਨਾਮੇ ਸਾਹਿਬ ਜਾਰੀ ਹੋਏ। ਬਹੁਤ ਵੱਡਾ ਇਕੱਠ ਜਿਹੜਾ ਸੀ ਉਹ ਕੀਤਾ ਗਿਆ ਤੇ ਇੱਥੇ ਸਜੇ ਹੋਏ ਦੀਵਾਨ ਦੇ ਅੰਦਰ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਜਿਵੇਂ ਗੁਰੂ ਅਰਜਨ ਸਾਹਿਬ ਆਗਿਆ ਕੀਤੀ ਸੀਗੀ, ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਦਾ ਤਿਲਕ ਮਸਤਕ ਤੇ ਦੇਣਾ ਕੀਤਾ। ਜਿਹੜੀ ਵੱਡਿਆਂ ਸਤਿਗੁਰਾਂ ਤੋਂ ਚਲੀ ਆਉਂਦੀ ਹੋਈ ਮਰਿਆਦਾ ਸੀ, ਮੰਜੀ ਸਾਹਿਬ ਇੱਕ ਮਾਲਾ, ਇਉਂ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਅੱਗੇ ਗੁਰਿਆਈ ਤਖਤ ਤੇ ਬੈਠਦੇ ਤਾਂ ਉਹ ਧਾਰਨ ਕਰਦੇ। ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਸਮੇਂ ਜਿਹੜੀ ਵੱਡਿਆਂ ਸਤਿਗੁਰਾਂ ਤੋਂ ਚਲੀ ਆਉਂਦੀ ਮਰਿਆਦਾ ਸੀ, ਮਹਾਰਾਜ ਸਾਹਿਬ ਜੀ ਉਸ ਸਮੇਂ 11 ਸਾਲ ਦੀ ਆਯੂ ਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ। ਤਾਂ ਸਤਿਗੁਰਾਂ ਜੀ ਨੇ ਉਸ ਸਮੇਂ ਤਖਤ ਤੋਂ ਉੱਠ ਕੇ ਤੇ ਉਸ ਮੰਜੀ ਸਾਹਿਬ ਜੀ ਨੂੰ ਅਤੇ ਮਾਲਾ ਨੂੰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਨਮਸਕਾਰ ਕੀਤੀ ਅਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ, ਇਹ ਹੁਣ ਤੋਸ਼ੇਖਾਨੇ ਵਿੱਚ ਸਤਿਗੁਰਾਂ ਜੀ ਦੀਆਂ ਪਵਿੱਤਰ ਬਖਸ਼ਿਸ਼ਾਂ ਜਾਣ ਕੇ ਜਮ੍ਹਾਂ ਕਰ ਦਿਓ। ਹੁਣ ਅਸੀਂ ਕੇਵਲ ਮਾਲਾ ਧਾਰਨ ਕਰਕੇ ਤਖਤ ਤੇ ਨਹੀਂ ਬੈਠਾਂਗੇ, ਸ਼ਸਤਰ ਧਾਰਨ ਕਰਕੇ ਤਖਤ ਤੇ ਸਜਾਂਗੇ। ਤੇ ਇਸ ਸਮੇਂ ਸਤਿਗੁਰਾਂ ਜੀ ਨੇ 2 ਖੜਗ ਆਪਣੇ ਗਾਤਰੇ ਮਹਾਰਾਜ ਜੀ ਨੇ ਧਾਰਨ ਕੀਤੇ, ਜੋ ਇੱਕ ਮੀਰੀ ਦਾ ਅਤੇ ਇੱਕ ਪੀਰੀ ਦਾ ਪ੍ਰਤੀਕ ਸਤਿਗੁਰਾਂ ਜੀ ਨੇ ਧਾਰਨ ਕੀਤਾ। ਇਉਂ ਕਈ ਇਤਿਹਾਸ ਨੂੰ ਚੰਗੀ ਤਰ੍ਹਾਂ ਨਹੀਂ ਵੇਖਦੇ ਜਾਂ ਵਾਚਦੇ, ਤੇ ਪੂਰੇ ਗੁਰੂ ਸਾਹਿਬ ਜੀ ਨੂੰ ਜਾਂ ਬਾਬਾ ਬੁੱਢਾ ਸਾਹਿਬ ਨੂੰ ਅਖੇ ਕਹਿੰਦੇ ਗਲਤੀ ਲੱਗ ਗਈ, ਉਹ ਇੱਕ ਕਿਰਪਾਨ ਪੁੱਠੇ ਪਾਸੇ ਪੈ ਗਈ ਬਾਬਾ ਬੁੱਢਾ ਸਾਹਿਬ ਤੋਂ। ਤੇ ਫਿਰ ਮਹਾਰਾਜ ਨੇ ਕਿਹਾ, ਇਹ ਲਾਓ ਨਾ, ਹੁਣ ਦੂਜੀ ਵੀ ਪਾ ਦਿਓ। ਸੱਚੇ ਪਾਤਸ਼ਾਹ ਮਹਾਰਾਜ ਨੇ ਉਹ ਨਹੀਂ, ਆਪ ਸਤਿਗੁਰਾਂ ਜੀ ਨੇ 2 ਖੜਗ ਜਿਹੜੇ ਸੀ ਉਹ ਧਾਰਨ ਕੀਤੇ ਸੀ, ਇੱਕ ਮੀਰੀ ਦਾ ਇੱਕ ਪੀਰੀ ਦਾ। 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਇਹ ਸਾਰੀ ਰਸਮ ਹੋਈ ਹੈ, ਬਾਬਾ ਬੁੱਢਾ ਸਾਹਿਬ ਨੇ ਆਪ ਜੀ ਦੇ ਮਸਤਕ ਦੇ ਉੱਤੇ ਤਿਲਕ ਲਾਇਆ ਹੈ, ਤੇ ਫਿਰ ਸਤਿਗੁਰੂ ਜੀ
ਸ਼ਾਹੀ ਕਲਗੀ ਤੋੜਾ ਪਹਿਨ ਕੇ ਮਹਾਰਾਜ ਤਖਤ ਤੇ ਬੈਠੇ ਆ ਸੱਚੇ ਪਾਤਸ਼ਾਹ। ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਇਹ ਸਾਰੀ ਰਸਮ ਹੋ ਗਈ ਤੇ ਸਤਿਗੁਰਾਂ ਜੀ ਨੇ ਫਿਰ ਜਿਹੜੇ 5 ਸਿੱਖ ਲਾਹੌਰੋਂ ਆ ਕੇ ਜਿਨ੍ਹਾਂ ਖਬਰ ਸੁਣਾਈ ਸੀ, ਬਾਬਾ ਬਿਧੀ ਚੰਦ ਜੀ, ਭਾਈ ਜੇਠਾ, ਭਾਈ ਲੰਗਾ, ਭਾਈ ਪੈੜਾ, ਇਉਂ ਭਾਈ ਪੁਰਾਣਾ, ਇਹ ਸਿੱਖ ਸੀਗੇ ਉਸ ਸਮੇਂ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਭਾਈ ਪੁਰਾਣੇ ਨੂੰ ਸੰਬੋਧਨ ਹੋ ਕੇ ਮਹਾਰਾਜ ਜੀ ਨੇ ਆਖਿਆ, ਭਾਈ ਪੁਰਾਣਾ, ਜਿਵੇਂ ਪਿਤਾ ਸਤਿਗੁਰੂ ਜੀ ਦੀ ਸ਼ਹਾਦਤ ਹੋਈ ਸੀਗੀ, ਤੁਸਾਂ ਜੋ ਕੁਝ ਉਸ ਸਮੇਂ ਅੱਖਾਂ ਨਾਲ ਵੇਖਿਆ ਉਹ ਸੰਗਤ ਵਿੱਚ ਬਿਆਨ ਕਰੋ। ਜਦੋਂ ਮਹਾਰਾਜ ਤਖਤ ਤੇ ਬੈਠੇ ਆ, ਜਿਸ ਦਿਨ ਮਹਾਰਾਜ ਗੁਰਿਆਈ ਤਖਤ ਤੇ ਬਿਰਾਜਮਾਨ ਹੋਏ ਹੈ, ਸਤਿਗੁਰਾਂ ਜੀ ਦਾ ਅੱਜ ਗੁਰਤਾ ਗੱਦੀ ਤੇ ਬੈਠਣ ਦਾ ਦਿਨ ਹੈ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਇਹ ਆਗਿਆ ਕੀਤੀ ਤੇ ਫਿਰ ਭਾਈ ਪੁਰਾਣਾ ਜੀ ਉੱਠ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਵੇਂ ਸ਼ਹੀਦ ਹੋਏ, ਜੋ ਕੁਝ ਪਾਪੀ ਚੰਦੂ ਨੇ ਕਹਿ ਰਟਾਇਆ ਉਹ ਸਾਰਾ ਕੁਝ ਭਾਈ ਪੁਰਾਣਾ ਜੀ ਬਿਆਨ ਕਰਨ ਲੱਗੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਈ ਹੋਈ ਸੰਗਤ ਦੇ ਵੱਲ ਤੱਕ ਰਹੇ ਸੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਸ਼ਹੀਦ ਹੋਣਾ, ਇੰਨੀ ਜ਼ਿਆਦਾ ਜ਼ਾਲਮ ਢੰਗ ਨਾਲ ਸਤਿਗੁਰਾਂ ਜੀ ਨੂੰ ਸ਼ਹੀਦ ਕਰਨਾ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਿੱਖਾਂ ਦੇ ਇਸ਼ਟ ਦੇਵ ਹਨ। ਸੁਭਾਵਿਕ ਸੀ ਕਿ ਸਿੱਖਾਂ ਦੇ ਮਨ ਉਸ ਸਮੇਂ ਭੈਭੀਤ ਹੋ ਗਏ ਸੀ। ਤੇ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਜੇ ਇਹ ਉਦਮ ਨਾ ਮਹਾਰਾਜ ਕਰਦੇ, ਇਹ ਬਖਸ਼ਿਸ਼ ਨਾ ਕਰਦੇ, ਤੇ ਸ਼ਾਇਦ ਜ਼ਾਲਮਾਂ ਦੇ ਉਸ ਡਰ ਦੇ ਸਾਏ ਥੱਲੇ ਹੀ ਸਾਰਾ ਕੁਝ ਰਹਿੰਦਾ। ਸੱਚੇ ਪਾਤਸ਼ਾਹ ਮਹਾਰਾਜ ਜ਼ਾਲਮਾਂ ਦੇ ਡਰ ਦੇ ਸਾਏ ਥੱਲੋਂ ਆਪਣੀ ਸਿੱਖੀ ਨੂੰ ਮਹਾਰਾਜ ਨੇ ਬਾਹਰ ਕੱਢਿਆ, ਆਜ਼ਾਦ ਕਰਨਾ ਸੀ ਸੱਚੇ ਪਾਤਸ਼ਾਹ ਮਹਾਰਾਜ ਨੇ। ਤਾਂ ਕਰਕੇ ਸਿੱਖਾਂ ਦੇ ਸਹਿਮੇ ਹੋਏ ਚਿਹਰਿਆਂ ਵੱਲ ਮਹਾਰਾਜ ਵੇਖ ਰਹੇ ਸੀ। ਤੇ ਗਰੀਬ ਨਵਾਜ਼ ਸਤਿਗੁਰਾਂ ਜੀ ਦੇ ਹਜ਼ੂਰ ਭਾਈ ਪੁਰਾਣਾ ਜੀ ਜਦੋਂ ਸਤਿਗੁਰਾਂ ਦੀ ਸ਼ਹਾਦਤ ਨੂੰ ਬਿਆਨ ਕਰਦੇ ਹੋਏ ਜੋ ਇਹ ਸਾਰੀ ਵਿਥਿਆ ਭਾਈ ਪੁਰਾਣਾ ਜੀ ਨੇ ਸਤਿਗੁਰਾਂ ਦੇ ਹਜ਼ੂਰ ਕਹੀ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਦੱਸਦਿਆਂ ਹੋਇਆਂ ਭਾਈ ਪੁਰਾਣਾ ਜੀ ਇਹ ਵਾਕ ਕਹਿ ਰਹੇ ਸੀ ਕਿ ਸਤਿਗੁਰੂ ਜੀ ਦੇ ਸਾਰੇ ਸਰੀਰ ਤੇ ਫਲੂਹੇ ਬਣ ਗਏ। ਜ਼ਾਲਮ ਇਸ ਪਾਪੀ ਨੇ ਮਹਾਰਾਜ ਦੇ ਸ਼ੀਸ਼ ਤੇ ਅੰਗਿਆਰਾਂ ਵਰਗਾ ਰੇਤਾ ਪਾਇਆ, ਸਤਿਗੁਰੂ ਜੀ ਨੂੰ ਤਤੀ ਤਵੀ ਤੇ ਬਿਠਾਇਆ, ਮਹਾਰਾਜ ਦੀਆਂ ਪਿੰਜਣੀਆਂ ਵਾਲੀਆਂ ਹੱਡੀਆਂ ਨਜ਼ਰ ਆਉਣ ਲੱਗ ਪਈਆਂ। ਇਉਂ ਜਦੋਂ ਭਾਈ ਪੁਰਾਣੇ ਨੇ ਆਖਿਆ ਤੇ ਕਵੀ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਲਿਖਿਆ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋਸ਼ ਨਾਲ ਡੌਲੇ ਫੜਕਣ ਲੱਗ ਪਏ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪ੍ਰਵੱਟੇ ਕਮਾਨ ਵਾਂਗ ਚੜ੍ਹ ਗਏ ਤੇ ਬੱਦਲ ਦੀ ਤਰ੍ਹਾਂ ਗਰਜਵੀਂ ਆਵਾਜ਼ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਉਸ ਸਮੇਂ ਭਰੇ ਦੀਵਾਨ ਵਿੱਚ ਬੋਲੇ ਮਹਾਰਾਜ। ਤੇ ਸਤਿਗੁਰੂ ਜੀ ਤਖਤ ਤੋਂ ਉੱਠ ਗਏ। ਦੋਵੇਂ ਭੁਜਾਵਾਂ ਮਹਾਰਾਜ ਨੇ ਉੱਪਰ ਕੀਤੀਆਂ। ਸਿੱਖਾਂ ਦਾ ਡਰ ਤੇ ਸਹਿਮ ਨਾਸ ਕਰਨ ਲਈ ਮਹਾਰਾਜ ਨੇ ਫਿਰ ਉਸ ਗੰਭੀਰ ਧੁਨੀ ਵਿੱਚ ਕਿਹਾ, ਜਿਸ ਜ਼ਾਲਮ ਨੇ ਸਾਡੇ ਪਿਤਾ ਸਤਿਗੁਰੂ ਨੂੰ ਸ਼ਹੀਦ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਸ਼ੇਸ਼ ਕਰਕੇ ਜੋ ਬਚਨ ਕਹੇ ਕਵੀ ਰਾਜ ਨੇ ਉੱਥੇ ਅੰਕਿਤ ਕੀਤੇ ਹੈ ਕਿ ਵੇਸਵਾ ਜਾਮੀ ਚੋਰ ਯਾਰ ਠੱਗ ਇਤਿਆਦਿਕ ਕਰਮ ਕਰਨ ਤੋਂ, ਜਿਹੜੇ ਪਾਪ ਕਰਨ ਤੋਂ ਸਜ਼ਾ ਲੱਗਦੀ ਹੈ, ਉਹ ਸਾਰੀ ਸਜ਼ਾ ਸਾਨੂੰ ਮਿਲੇ ਜੇ ਅਸੀਂ ਆਪਣੇ ਪਿਤਾ ਸਤਿਗੁਰੂ ਦੀ ਸ਼ਹਾਦਤ ਦਾ ਬਦਲਾ ਨਾ ਲਈਏ। ਤਾਂ ਸਤਿਗੁਰੂ ਜੀ ਨੇ ਬਹੁਤ ਗੰਭੀਰ ਧੁਨੀ ਵਿੱਚ ਇਹ ਆਵਾਜ਼ ਦੇ ਕੇ ਗਰਜਵੀਂ ਆਵਾਜ਼ ਵਿੱਚ ਮਹਾਰਾਜ ਜੀ ਨੇ ਸ਼ਬਦ ਕਹੇ, ਉਸ ਪਾਪੀ ਦੀ ਨੱਕ ਵਿੱਚ ਨਕੇਲ ਪਾਵਾਂਗੇ। ਇਹ ਸੱਚੇ ਪਾਤਸ਼ਾਹ ਦੇ ਬਚਨ ਕਹਿਣ ਤੋਂ ਸਿੱਖਾਂ ਦੇ ਅੰਦਰ ਤੇ ਸਮੇਂ ਜਿਹੜਾ ਡਰ ਤੇ ਸਹਿਮ ਸੀ, ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਕਹਿਣ ਤੋਂ ਨਾਸ਼ ਹੋਇਆ। ਸਿੱਖਾਂ ਦੇ ਅੰਦਰ ਇੱਕ ਆਸ ਦੀ ਕਿਰਨ ਪੈਦਾ ਕਰ ਦਿੱਤੀ ਮਹਾਰਾਜ ਜੀ ਨੇ। ਜਿਹੜੇ ਕਾਇਰ ਸੀ ਉਹ ਡਰ ਗਏ। ਭਾਵੇਂ ਕਿ ਮਾਤਾ ਗੰਗਾ ਜੀ ਨੂੰ ਵੀ ਜਾ ਕਰਕੇ ਮਸੰਦਾ ਨੇ ਕਿਹਾ ਸੀ ਕਿ ਮਹਾਰਾਜ ਦੀ ਉਮਰ ਅਜੇ ਛੋਟੀ ਹੈ, ਜਵਾਨੀ ਦੀ ਅਵਸਥਾ ਹੈ,
ਜੋਸ਼ ਵਿੱਚ ਇਹ ਕਹਿ ਦਿੱਤਾ ਹੈ। ਤੇ ਇਥੋਂ ਦੇ ਸੂਈਏ ਗੁਪਤਚਰ ਬਾਦਸ਼ਾਹ ਕੋਲ, ਦੀਵਾਨ ਚੰਦੂ ਕੋਲ ਸਾਰੀਆਂ ਖਬਰਾਂ ਪਹੁੰਚਾਉਣਗੇ। ਮਾਤਾ ਜੀ ਤੁਹਾਨੂੰ ਸਾਹਿਬਜ਼ਾਦੇ ਨੂੰ ਸਮਝਾਉਣਾ ਚਾਹੀਦਾ ਕਿ ਇਸ ਤਰ੍ਹਾਂ ਦੇ ਬੋਲ ਨਹੀਂ ਕਹਿਣੇ ਚਾਹੀਦੇ। ਗੁਰੂ ਸਾਹਿਬ ਜੀ ਸ਼ਹੀਦ ਹੋ ਚੁੱਕੇ ਹੈ। ਸਾਨੂੰ ਕਿਸੇ ਤਰ੍ਹਾਂ ਇਹ ਜਿਹੜਾ ਗੁਰੂ ਘਰ ਦਾ ਵਿਹਾਰ ਉਹ ਚੱਲਦਾ ਰੱਖਣਾ ਚਾਹੀਦਾ ਹੈ। ਬੜੀਆਂ ਗੱਲਾਂ ਮਸੰਦਾਂ ਨੇ ਕਹੀਆਂ ਤੇ ਸਤਿਗੁਰੂ ਜੀ ਜਿਸ ਦਿਨ ਗੁਰਿਆਈ ਤੇ ਤਖਤ ਦੇ ਉੱਪਰ ਵਿਰਾਜਮਾਨ ਹੋਏ, ਇਹ ਸਾਰੀਆਂ ਰਸਮਾਂ ਜਦੋਂ ਪੂਰੀਆਂ ਹੋਈਆਂ, ਸੱਚੇ ਪਾਤਸ਼ਾਹ ਨੇ ਆਈ ਹੋਈ ਸਿੱਖੀ ਨੂੰ ਉਪਦੇਸ਼ ਦਿੱਤਾ। ਸਿੱਖਾਂ ਦੇ ਮਨ ਅੰਦਰ ਮਹਾਰਾਜ ਜੀ ਨੇ ਜਿਹੜਾ ਸੀ ਜੋਸ਼ ਦਾ ਜਜ਼ਬਾ ਭਰ ਦਿੱਤਾ ਗਰੀਬ ਨਵਾਜ਼ ਜੀ ਨੇ। ਤੇ ਉਦੋਂ ਹੀ ਆਗਿਆ ਕੀਤੀ ਸੀ ਤਖਤ ਤੇ ਬੈਠ ਕੇ ਫਿਰ ਮਹਾਰਾਜ ਜੀ ਨੇ ਕਿ ਭਾਈ ਜਿਹੜਾ ਸਿੱਖ ਸਾਨੂੰ ਸੋਹਣੇ ਸ਼ਸਤਰ ਭੇਟ ਕਰੇਗਾ ਅਤੇ ਸੋਹਣੇ ਘੋੜੇ ਭੇਟ ਕਰੇਗਾ ਅਤੇ ਜਿਹੜਾ ਆਪਣੀ ਜਵਾਨੀ ਸਾਨੂੰ ਆ ਕੇ ਭੇਟ ਕਰੇਗਾ, ਉਹਦੇ ਤੇ ਸਾਡੀ ਬੇਅੰਤ ਖੁਸ਼ੀ ਹੈ। ਤੇ ਗੁਰੂ ਸਾਹਿਬ ਜੀ ਨੇ ਫਿਰ ਜਿਹੜੀ ਸੀ ਜੜਤਾ ਨਾਸ਼ ਕਰਨ ਲਈ ਨੱਥਾ ਤੇ ਅਬਦੁੱਲਾ ਨੂੰ ਮਹਾਰਾਜ ਜੀ ਨੇ ਢਾਡੀ ਵਾਰਾਂ ਗਾਇਨ ਕਰਨ ਦੀ ਆਗਿਆ ਕੀਤੀ। ਸਤਿਗੁਰੂ ਜੀ ਤਖਤ ਸਜਾ ਕੇ ਜਦੋਂ ਬੈਠਦੇ ਮਹਾਰਾਜ ਦੇ ਹਜੂਰ, ਉਹ ਵਾਰਾਂ ਦਾ ਗਾਇਨ ਹੁੰਦਾ, ਜਿਹਨੂੰ ਸੁਣ ਸੁਣ ਕੇ ਸੂਰਮਿਆਂ ਦੇ ਅੰਦਰ ਫਿਰ ਵੀਰ ਰਸ ਅੰਗੜਾਈਆਂ ਲੈਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਭਾਰੀ ਫਿਰ ਫੌਜ ਜਿਹੜੀ ਸੀ ਸਿੱਖਾਂ ਦੀ ਤਿਆਰ ਕੀਤੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਇਹ ਆਗਿਆ ਕਰਕੇ ਜਿਹੜੇ ਸਤਿਗੁਰਾਂ ਜੀ ਨੇ ਵਿਸ਼ੇਸ਼ ਹੁਕਮ ਜਿਹੜੇ ਸੀ ਜਾਰੀ ਕਰਨੇ ਸੀ, ਸੰਗਤ ਨੂੰ ਸੰਬੋਧਨ ਕਰਕੇ ਆਈ ਸਿੱਖੀ ਨੂੰ ਉਪਦੇਸ਼ ਦੇ ਕੇ ਮਹਾਰਾਜ ਜਦੋਂ ਘਰ ਆਏ ਸੀ ਤੇ ਮਾਤਾ ਜੀ ਨੇ ਬੜੀ ਚਿੰਤਾ ਸਹਿਤ ਮਸੰਦਾ ਦੀਆਂ ਕਈਆਂ ਹੋਈਆਂ ਬੇਨਤੀਆਂ ਮਹਾਰਾਜ ਨੂੰ ਸੁਣਾਈਆਂ ਕਿ ਮਹਾਰਾਜ ਇਉਂ ਮਸੰਦਾ ਨੇ ਜਿਹੜਾ ਹੈ ਉਹ ਇਤਰਾਜ਼ ਜਤਾਇਆ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ, ਮਾਤਾ ਜੀ ਇਹ ਕਾਇਰ ਹਨ, ਡਰਪੋਕ ਹਨ। ਉਹ ਦਿਨ ਆਵੇਗਾ ਜਿਸ ਦਿਨ ਉਸ ਪਾਪੀ ਦੀ ਨੱਕ ਵਿੱਚ ਨੱਥ ਪਾ ਕੇ ਉਹਨੂੰ ਇੱਥੇ ਲਾਹੌਰ ਲਿਆਵਾਂਗੇ। ਜਿਸ ਨੇ ਸਾਡੇ ਸਤਿਗੁਰੂ ਪਿਤਾ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ, ਉਦੋਂ ਅਸੀਂ ਇਹ ਸਜ਼ਾ ਜ਼ਰੂਰ ਦੇਵਾਂਗੇ ਤੇ ਉਹ ਦਿਨ ਆਵੇਗਾ। ਇਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਤਾ ਜੀ ਦੇ ਪੁੱਛਣ ਤੋਂ ਸਤਿਗੁਰਾਂ ਜੀ ਨੇ ਵਾਕ ਕਹੇ। ਅੱਜ ਸਤਿਗੁਰੂ ਜੀ ਦਾ ਸ਼ਹੀਦੀ ਗੁਰਪੁਰਬ ਹੈ। ਵਾਹਿਗੁਰੂ ਮਹਾਰਾਜ ਜੀ ਦਾ ਗੁਰਤਾ ਗੱਦੀ ਗੁਰਪੁਰਬ ਹੈ। ਸ਼ਹੀਦੀ ਪੁਰਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੁਣ ਅੱਗੇ ਆਵੇਗਾ। ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਹਾਰਾਜ ਆਪ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਗੁਰਿਆਈ ਦੀ ਰਸਮ ਕੀਤੀ ਸੀ। ਉਹ ਮਹਾਰਾਜ ਜੀ ਦਾ ਪੁਰਬ ਹੋਣ ਕਰਕੇ ਅੱਜ ਬਹੁਤ ਉਤਸ਼ਾਹ ਨਾਲ ਬੜੇ ਪਿਆਰ ਨਾਲ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਗੁਰਤਾ ਗੱਦੀ ਤੇ ਬੈਠਣ ਦਾ ਦਿਨ ਮਨਾ ਰਹੀਆਂ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਅੱਜ ਜਿਹੜਾ ਹੈ ਉਹ ਜਲੌ ਲੱਗਦਾ ਹੈ। ਅੰਮ੍ਰਿਤ ਵੇਲੇ ਤੋਂ ਭਾਵੇਂ ਭਾਰਤ ਦੇ ਅੰਦਰ ਤਾਂ ਅੱਜ ਦੇ ਦਿਨ ਦੀ ਸ਼ਾਮ ਹੈ, ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਗੁਰਤਾ ਦੇ ਬੈਠਣ ਤੇ ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਡੇ ਤੇ ਰਹਿਮਤ ਕਰਕੇ ਬਖਸ਼ਿਸ਼ ਕਰਕੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਅਣਖ ਤੇ ਗੈਰਤ ਦੀ ਦਾਤ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਤੋ ਕੱਲੂ ਘਾਰੇ ਦਾ ਜਿਹੜਾ ਹੈ ਉਹ ਇਹ ਦਿਨ ਚੱਲ ਰਹੇ ਆ। ਜੂਨ 1984 ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਇਹ ਸ਼੍ਰੀ ਅਕਾਲ ਤਖਤ ਸਾਹਿਬ ਜੋ ਸਤਿਗੁਰੂ ਜੀ ਨੇ ਰਚਿਆ ਹੈ, ਜੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਪਵਿੱਤਰ ਇਮਾਰਤ ਹੈ, ਕੇਵਲ ਇਮਾਰਤ ਨਹੀਂ ਹੈ, ਇਹ ਸਿਧਾਂਤਾਂ ਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਹੈ ਸੁਮੇਲ ਕਰਕੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਇਸ ਇਮਾਰਤ ਨੂੰ ਵਿਦਿਮਾਨ ਕੀਤਾ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਿਹੜੇ ਬਖਸ਼ੇ ਹੋਏ ਸਤਿਗੁਰਾਂ ਦੇ ਸਿਧਾਂਤ ਹਨ, ਜੋ ਸਿੱਖੀ ਨੂੰ ਜਿਉਣ ਦਾ ਜਿਹੜਾ ਹੈ ਉਹ ਢੰਗ ਦੱਸਦੇ ਹੈ, ਜਿਨ੍ਹਾਂ ਢੰਗਾਂ ਅਨੁਸਾਰ ਜਿਉਂਦਿਆਂ ਹੋਇਆਂ ਸਿੱਖੀ ਨੂੰ ਜੋ ਮਹਾਰਾਜ ਨੇ ਨਿਆਰਾਪਣ ਬਖਸ਼ਿਸ਼ ਕੀਤਾ, ਉਸ ਨਿਆਰੇਪਣ ਦੇ ਨਾਲ ਆਪਣੀ
ਸਾਰੀ ਕੌਮ ਨੂੰ ਜਿਉਣ ਦੀ ਜਾਚ ਦੱਸਦੇ ਹੋਏ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਇਹ ਮੋਰਚਾ ਲਾਇਆ ਸੀ। ਜੋ ਕੁਝ ਹਾਲਾਤ ਬਣੇ ਇਹ ਬਹੁਤ ਇੱਕ ਭਾਵੇਂ ਲੰਮੀ ਵਿਥਿਆ ਹੈ, ਪਰ ਆਪਾਂ ਸੰਖੇਪ ਰੂਪ ਵਿੱਚ ਸਰਵਣ ਕਰਾਂਗੇ। ਸਮਾਂ ਭਾਵੇਂ ਜਿਹੜਾ ਹੈ ਅੱਜ ਕੱਲ੍ਹ ਦਾ ਹੁਣ ਜੂਨ 1984 ਨੂੰ ਭਾਵੇਂ ਕਿੰਨਾ ਸਮਾਂ ਬੀਤ ਚੁੱਕਾ ਏ, ਪਰ ਫਿਰ ਵੀ ਉਹ ਸਰੀਰ ਅਜੇ ਮੌਜੂਦ ਨੇ ਜਿਨ੍ਹਾਂ ਦੀਆਂ ਅੱਖਾਂ ਦੇ ਅੱਗੋਂ ਦੀ ਇਹ ਸਾਰਾ ਕੁਝ ਲੰਘਿਆ ਸੀ, ਜਿਨ੍ਹਾਂ ਨੇ ਆਪਣੇ ਸਰੀਰ 'ਤੇ ਹੰਢਾਇਆ ਸੀਗਾ। ਪਰ ਫਿਰ ਵੀ ਕਿਉਂਕਿ ਅੱਜ ਪ੍ਰਚਾਰ ਦਾ ਯੁੱਗ ਹੈ ਤੇ ਜਿਹੜਾ ਇਹ ਨਵੇਂ ਢੰਗ ਹਨ ਮੀਡੀਏ ਦੇ, ਤੇ ਜਿਹੜੇ ਸ਼ਰਾਰਤੀ ਲੋਕ ਹੈ ਉਹ ਬਾਜ਼ ਨਹੀਂ ਆਉਂਦੇ। ਤੇ ਸਿੱਖਾਂ ਦੇ ਅੰਦਰ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੀ ਸ਼ਖਸੀਅਤ ਨੂੰ, ਉਹਨਾਂ ਦੀ ਛਵੀ ਨੂੰ ਖਰਾਬ ਕਰਨ ਵਾਸਤੇ ਕਿ ਉਹਨਾਂ ਨੂੰ ਹਰਿਮੰਦਰ ਸਾਹਿਬ ਮੋਰਚਾ ਨਹੀਂ ਸੀ ਲਾਉਣਾ ਚਾਹੀਦਾ। ਬੜੇ ਕੋਝੇ ਢੰਗ ਨਾਲ ਸਿੱਖਾਂ ਦੇ ਅੰਦਰ ਸਰਕਾਰ ਤਾਂ ਜਿਹੜੀ ਹੈ ਉਹ ਯਤਨ ਕਰਦੀ ਹੀ ਹੈ, ਪਰ ਭੁੱਲੇ ਹੋਏ ਸਿੱਖ, ਕਿਉਂਕਿ ਹਕੂਮਤ ਦੀ ਇਹੀ ਮਨਸ਼ਾ ਹੁੰਦੀ ਹੈ ਕਿ ਇਸ ਚੀਜ਼ ਨੂੰ ਸਿੱਖ ਭੁੱਲ ਜਾਣ, ਉਹਨਾਂ ਨੂੰ ਅਸਲ ਦਾ ਪਤਾ ਨਾ ਰਹੇ। ਇਸੇ ਕਰਕੇ ਮਹਾਂਪੁਰਖਾਂ ਦੇ ਜਿਹੜੇ ਦਿੱਤੇ ਹੋਏ ਸੁਨੇਹੇ ਸੀਗੇ, ਜੋ ਉਹਨਾਂ ਦੀ ਅਸਲੀ ਤਸਵੀਰ ਸੀ, ਉਹ ਸਿੱਖ ਕੌਮ ਦੇ ਸੰਸਾਰ ਦੇ ਸਾਹਮਣੇ ਨਾ ਆਵੇ। ਤੇ ਕੋਝੇ ਯਤਨ ਅਜੇ ਵੀ ਜਾਰੀ ਹਨ, ਜੋ ਮਹਾਂਪੁਰਖਾਂ ਬਾਰੇ ਤਰ੍ਹਾਂ ਦੇ ਜਿਹੜੇ ਆ ਪ੍ਰਸ਼ਨ ਕਰਦੇ ਹੈ, ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਪਰ ਜਿਹੜਾ ਜ਼ਾਲਮ ਹਕੂਮਤ ਨੇ ਹਮਲਾ ਕੀਤਾ ਤੇ ਬੜਾ ਸਾਰਾ ਕਸੂਰ ਮਹਾਂਪੁਰਖਾਂ ਦਾ ਉਹ ਦੱਸਦੇ ਹੈ, ਤੇ ਕਾਰਨ ਦੱਸਦੇ ਹੈ ਕਿ ਭਾਈ ਇਹਨਾਂ ਦੀ ਇਹ ਗਲਤੀ ਕਰਕੇ ਜਿਹੜਾ ਉਹ ਸਭ ਕੁਝ ਹੋਇਆ। ਇਸ ਤਰ੍ਹਾਂ ਦੀਆਂ ਗੱਲਾਂ ਸਿੱਖਾਂ ਦੇ ਅੰਦਰ ਉਹ ਭਰਨਾ ਚਾਹੁੰਦੇ ਹੈ, ਜਦੋਂ ਕਿ ਸੱਚਾਈ ਜਿਹੜੀ ਹੈ ਉਹ ਕੁਝ ਹੋਰ ਹੈ। ਭਾਵੇਂ ਕਿ ਬੜੀਆਂ ਸਾਰੀਆਂ ਸੂਝਵਾਨ ਵਿਦਵਾਨਾਂ ਨੇ ਕਿਤਾਬਾਂ ਵੀ ਲਿਖੀਆਂ, ਕੁਝ ਜਿਨ੍ਹਾਂ ਨੇ ਆਪਣੇ ਪਿੰਡੇ 'ਤੇ ਸੰਤਾਪ ਹੰਢਾਇਆ, ਉਹਨਾਂ ਵੱਲੋਂ ਵੀ ਇਹ ਕਿਤਾਬਾਂ ਲਿਖੀਆਂ ਗਈਆਂ ਜਿਨ੍ਹਾਂ ਵਿੱਚ ਸੱਚ ਜਿਹੜਾ ਹੈ ਉਹ ਬਿਆਨ ਕੀਤਾ ਗਿਆ। ਪਰ ਅੱਜ ਕੱਲ੍ਹ ਦਾ ਯੁੱਗ ਵਿਹਲੇ, ਭਾਵੇਂ ਪਰ ਕਿਤਾਬ ਨਹੀਂ ਸਿੱਖ ਪੜ੍ਹਦੇ, ਭਾਵੇਂ ਸਾਰਾ ਦਿਨ ਵਿਹਲਿਆਂ ਨਿਕਲ ਜਾਵੇ, ਪਰ ਆਪਣੇ ਇਤਿਹਾਸ ਤੋਂ ਜਾਣੂ ਨਹੀਂ ਹੋਣਾ ਚਾਹੁੰਦੇ। ਜਿਹੜਾ ਸਿੱਧਾ ਮੀਡੀਏ ਰਾਹੀਂ ਜੋ ਕੁਝ ਪਰੋਸਿਆ ਜਾ ਰਿਹਾ ਹੈ, ਉਹਨੂੰ ਸੁਣ ਕੇ ਹੀ ਜਿਹੜਾ ਹੈ ਉਹ ਆਪਣਾ ਗਿਆਨ ਦਾ ਆਧਾਰ ਬਣਾਈ ਜਾਂਦੇ ਹੈ, ਤੇ ਉਹਦੇ ਉੱਪਰ ਹੀ ਨਿਸ਼ਚਾ ਕਰਦੇ ਆ, ਭਰੋਸਾ ਕਰਦੇ ਆ ਕਿ ਬਿਲਕੁਲ ਇਹੀ ਠੀਕ ਹੋਣਾ। ਆਪ ਯਤਨ ਕਰਕੇ ਉਹਨਾਂ ਕਿਤਾਬਾਂ ਨੂੰ ਨਹੀਂ ਪੜ੍ਹਦੇ। ਜੇ ਕੋਈ ਪੜ੍ਹਦਾ ਵੀ ਹੈ, ਘੱਟ ਸਮਝ ਹੋਣ ਕਰਕੇ ਉਹ ਕਿਤਾਬ ਪੜ੍ਹਦੇ ਆ ਜਿਹਦੇ ਵਿੱਚ, ਕਿਉਂਕਿ ਐਸੀਆਂ ਕਿਤਾਬਾਂ ਵੀ ਉਹਨਾਂ ਵੱਲੋਂ ਛਪ ਗਈਆਂ ਜਿੱਥੇ ਸੱਚ ਨੂੰ ਬਿਆਨ ਕਰਦੀਆਂ ਕੁਝ ਪੰਥ ਦਰਦੀਆਂ ਵੱਲੋਂ ਤੇ ਸੂਝਵਾਨ ਵਿਦਵਾਨਾਂ ਵੱਲੋਂ ਕਿਤਾਬਾਂ ਲਿਖੀਆਂ ਗਈਆਂ, ਉੱਥੇ ਹਕੂਮਤ ਵੱਲੋਂ ਵੀ ਕੁਝ ਘੱਟ ਯਤਨ ਨਹੀਂ ਕੀਤੇ ਗਏ। ਇਹੋ ਜਿਹੀਆਂ ਕਿਤਾਬਾਂ ਵੀ ਛਾਪੀਆਂ ਉਹਨਾਂ, ਜਿਨ੍ਹਾਂ ਕਿਤਾਬਾਂ ਵਿੱਚ ਸੰਤਾਂ ਮਹਾਂਪੁਰਖਾਂ ਬਾਰੇ, ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਬਾਰੇ ਇਹੋ ਜਿਹੀਆਂ ਗੱਲਾਂ ਲਿਖੀਆਂ ਕਿ ਉਹਨਾਂ ਦਾ ਅਕਸ਼ ਖਰਾਬ ਹੋਵੇ। ਯਤਨ ਬਹੁਤ ਕੀਤੇ ਤੇ ਬਾਦਸਤੂਰ ਜਾਰੀ ਹੈ, ਪਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਜਿਹੜਾ ਸਵਰੂਪ ਹੈ ਉਹ ਕੌਮ ਦੇ ਦਿਲਾਂ ਦੇ ਅੰਦਰ ਉਹਨਾਂ ਦੀ ਛਵੀ ਵਸੀ ਹੋਈ ਹੈ। ਬੜੇ ਦਹਾਕੇ ਤੋਂ ਭਾਵੇਂ ਯਤਨ ਚੱਲ ਰਹੇ ਹੈ ਉਹਨਾਂ ਦੀ ਸ਼ਖਸੀਅਤ ਨੂੰ ਠੇਸ ਪਹੁੰਚਾਉਣ ਵਾਸਤੇ, ਤੇ ਬਹਿਰੂਪੀਏ ਵੀ ਕਈ ਸਿੱਖੀ ਬੇਸ ਵਿੱਚ ਬਹੁਤ ਜ਼ਿਆਦੀਆਂ, ਭਾਵੇਂ ਸਟੇਜਾਂ 'ਤੇ ਤਾਂ ਬੋਲ ਨਹੀਂ ਸਕਦੇ ਕਿਉਂਕਿ ਸੰਗਤ ਦਾ ਜਿਹੜਾ ਹੈ ਉਹ ਵਿਦਰੋਹ ਝੱਲਣਾ ਪਵੇਗਾ, ਵਿਰੋਧ ਝੱਲਣਾ ਪਵੇਗਾ, ਤੇ ਥੱਲੇ ਉਹ ਜਿਹੜਾ ਹੈ ਸਿੱਖਾਂ ਦੇ ਅੰਦਰ ਜ਼ਹਿਰ ਭਰਨ ਦੀ ਕੋਈ ਕਸਰ ਨਹੀਂ ਛੱਡ ਰਹੇ।
ਮਹਾਂਪੁਰਖਾਂ ਬਾਰੇ ਅਯੋਗ ਗੱਲਾਂ ਬੋਲਦੇ ਹੈ। ਪਰ ਫਿਰ ਵੀ ਮੈਂ ਬੇਨਤੀ ਕਰਾਂ ਕਿ ਭਾਈ ਜੇ ਤੁਸੀਂ ਸੱਚ ਜਾਣਨਾ ਚਾਹੁੰਦੇ ਹੋ, ਕਿਉਂਕਿ ਭਾਵੇਂ ਆਪਾਂ ਜਿਹੜਾ ਹੈ ਉਹ ਦਿਹਾੜਾ ਮਨਾਉਂਦੇ ਹੋਏ ਆਪ ਨਾਲ ਸਾਂਝ ਜ਼ਰੂਰ ਪਾਵਾਂਗੇ, ਪਰ ਫਿਰ ਵੀ ਜਿੰਨੀਆਂ ਖੋਜਾਂ ਕਰਕੇ ਜਾਂ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਸਾਰਾ ਸੰਤਾਪ ਹੰਡਾਇਆ, ਆਪਣੀ ਅੱਖੀਂ ਵੇਖਿਆ, ਉਹ ਸਾਰਾ ਕੁਝ ਥੋੜ੍ਹੇ ਸਮੇਂ ਵਿੱਚ ਕਥਾ ਕਰਦਿਆਂ ਬਿਆਨ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਤਾਬਾਂ ਨੂੰ ਤੁਸੀਂ ਲੈ ਕਰਕੇ ਜ਼ਰੂਰ ਪੜ੍ਹੋ ਤੇ ਤੁਹਾਨੂੰ ਪਤਾ ਲੱਗੇਗਾ ਕਿ ਅਸਲ ਸੱਚਾਈ ਕੀ ਸੀ। ਕੁਝ ਕਿਤਾਬਾਂ ਦੇ ਵੇਰਵੇ ਜਿਹੜੇ ਹਨ ਉਹ, ਕਿਉਂਕਿ ਕਈ ਵਾਰੀ ਪੁੱਛਦੇ ਆ ਕਿ ਤੁਸੀਂ ਦੱਸ ਦਿਓ, ਤੇ ਉਹਨਾਂ ਦੇ ਵੇਰਵੇ ਜ਼ਰੂਰ ਮੈਂ ਆਪ ਨਾਲ ਸਾਂਝੇ ਕਰਾਂਗਾ। ਤੇ ਜੋ ਕੁਝ ਉਸ ਸਮੇਂ ਹੋਇਆ, ਕਿਹੋ ਜਿਹੇ ਹਾਲਾਤ ਬਣੇ, ਕਿਉਂਕਿ ਕੁਝ ਇਹੋ ਜਿਹੇ ਸਰੀਰ ਵੀ ਹਨ ਜਿਹੜੇ ਉਸ ਸਮੇਂ ਸੀਗੇ, ਕੀਤਾ ਤਾਂ ਕੁਝ ਵੀ ਨਹੀਂ, ਆਪਣੀ ਫੋਕੀ ਪ੍ਰਭਤਾ ਵਾਸਤੇ ਸੰਗਤਾਂ ਵਿੱਚ ਬਹੁਤ ਸਾਰਾ ਝੂਠ ਵੀ ਬਿਆਨ ਕਰਦੇ ਆ, ਤੇ ਲਾਲਸਾ ਕੇਵਲ ਪਿੱਛੇ ਮਾਇਆ ਦੀ ਹੈ, ਹੋਰ ਕੁਝ ਨਹੀਂ। ਤੇ ਆਪਣੇ ਆਪ ਨੂੰ ਬਹੁਤ ਸਾਰਾ ਉਸ ਸਮੇਂ ਉਸ ਹਾਲਾਤਾਂ ਵਿੱਚ ਪ੍ਰਭਾਵਸ਼ਾਲੀ ਆਪਣੀ ਸ਼ਖਸੀਅਤ ਨੂੰ ਦਿਖਾਉਣ ਦਾ ਤੇ ਸੰਤਾਂ ਦੇ ਬਹੁਤ ਨੇੜੇ ਹੋਣ ਦਾ, ਇਸ ਤਰ੍ਹਾਂ ਦੇ ਕਈ ਪ੍ਰਕਾਰ ਦੀਆਂ ਗਲਤ ਗੱਲਾਂ ਨੂੰ ਵੀ ਉਹ ਕਰਦੇ ਹੈ। ਪਰ ਜਿਹੜੀ ਸੱਚਾਈ ਹੈ, ਜਿਨ੍ਹਾਂ ਨੇ ਇਹ ਸਾਰਾ ਕੁਝ ਆਪਣੇ ਪਿੰਡੇ ਤੇ ਸੰਤਾਪ ਹੰਡਾਇਆ, ਕੁਝ ਚੋਣਵੇਂ ਸਰੀਰ ਅਜੇ ਵੀ ਹਨ ਤੇ ਕੁਝ ਸੂਝਵਾਨ ਵਿਦਵਾਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਨੇ ਜਿਨ੍ਹਾਂ ਵਿੱਚ ਸਾਰਾ ਕੁਝ ਜ਼ਿਕਰ ਜਿਹੜਾ ਹੈ ਉਹ ਕੀਤਾ ਗਿਆ। ਇਸ ਕਰਕੇ ਆਪਾਂ ਜਿੱਥੇ ਇਸ ਦਿਹਾੜੇ ਨੂੰ ਮਨਾਉਂਦੇ ਹਾਂ, ਜੇਕਰ ਕਿ ਆਪਾਂ ਜਿਹੜਾ ਹੈ ਥੋੜ੍ਹੇ ਦਿਨ ਵਾਸਤੇ ਇਹੀ ਨਿਯਮ ਬਣਾ ਲਈਏ ਕਿ ਜਦੋਂ ਘੱਲੂਘਾਰੇ ਦੇ ਦਿਨ ਆਉਂਦੇ ਹੈ ਉਦੋਂ 10 ਦਿਨ 15 ਦਿਨ ਜਿਹੜੀ ਕੋਈ ਕਿਤਾਬ ਚੰਗੇ ਸੂਝਵਾਨ ਵਿਦਵਾਨ ਦੀ ਮਿਲੇ, ਕਿਸੇ ਪੰਥ ਦਰਦੀ ਦੀ ਮਿਲੇ, ਤੇ ਉਹਨੂੰ ਲੈ ਕਰਕੇ ਆਪਾਂ ਇੱਕ ਇੱਕ ਦੋ ਜਿਹੜੇ ਅੰਗ ਆ ਉਹੋ ਹੀ ਪੜ੍ਹਿਆ ਕਰੀਏ, ਤੇ ਮਹੀਨੇ ਵਿੱਚ ਜਾਂ 15 ਦਿਨ ਵਿੱਚ ਇੱਕ ਕਿਤਾਬ ਨੂੰ ਆਰਾਮ ਨਾਲ ਪੜ੍ਹ ਸਕਦੇ ਹਾਂ। ਪਰ ਅਸੀਂ ਮਿਹਨਤ ਨਹੀਂ ਕਰਦੇ, ਆਪਣੇ ਇਤਿਹਾਸ ਨੂੰ ਨਹੀਂ ਵਾਚਦੇ, ਜਿਸ ਕਰਕੇ ਕਿ ਅਸੀਂ ਕਮਜ਼ੋਰ ਹਾਂ। ਤੇ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨਾ, ਉਹ ਫਿਰ ਸੰਸਾਰ ਦੇ ਅੰਦਰੋਂ ਖਤਮ ਹੋ ਜਾਂਦੀਆਂ। ਇਸ ਕਰਕੇ ਜ਼ਰੂਰਤ ਹੈ ਕਿ ਜੋ ਸਾਡੇ ਪੁਰਖਿਆਂ ਨੇ ਗੌਰਵਮਈ ਇਤਿਹਾਸ ਸਿਰਜਿਆ ਹੈ, ਜਿਹੜਾ ਇਤਿਹਾਸ ਅਜੋਕੇ ਸਮੇਂ ਵਿੱਚ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਸਿਰਜਿਆ ਹੈ, ਉਹ ਸਾਨੂੰ ਇਤਿਹਾਸ ਜ਼ਰੂਰ ਪੜ੍ਹਨਾ ਚਾਹੀਦਾ ਹੈ ਤੇ ਆਪਣੇ ਪੁਰਖਿਆਂ ਦਾ ਇਤਿਹਾਸ ਪੜ੍ਹਨਾ ਚਾਹੀਦਾ ਹੈ। ਤਾਂ ਕਰਕੇ ਇਹ ਚੀਜ਼ਾਂ ਫਿਰ ਸਾਡੇ ਤੋਂ ਅੱਗੇ ਸਾਡੀ ਜਨਰੇਸ਼ਨ ਵਿੱਚ, ਬੱਚਿਆਂ ਵਿੱਚ ਪ੍ਰਵੇਸ਼ ਕਰਦੀਆਂ। ਜੇਕਰ ਕਿ ਤੁਸੀਂ ਆਪ ਹੀ ਗਲਤ ਸਮੱਗਰੀ ਨੂੰ ਪ੍ਰਾਪਤ ਕਰਕੇ ਤੇ ਕਿਸੇ ਗਲਤ ਹੀ ਨਤੀਜੇ ਦੇ ਉੱਤੇ ਪਹੁੰਚੇ ਰਹੇ ਤੇ ਉਹੋ ਹੀ ਚੀਜ਼ਾਂ ਤੁਹਾਡੇ ਬੱਚਿਆਂ ਵਿੱਚ ਅੱਗੇ ਪ੍ਰਵੇਸ਼ ਕੀਤੀਆਂ, ਫਿਰ ਤਾਂ ਭੁੱਲ ਜਾਓਗੇ। ਬੜਾ ਔਖਾ ਹੋਵੇਗਾ ਕਿ ਆਪਣੀ ਪਹਿਚਾਣ ਕਰਨੀ ਕਿ ਅਸੀਂ ਕੌਣ ਸਾਂ, ਸਾਡੇ ਨਾਲ ਕੀ ਹੋਇਆ ਵਾਪਰਿਆ। ਤੇ ਹਕੂਮਤਾਂ ਤਾਂ ਇਹ ਯਤਨ ਕਰਦੀਆਂ ਹੀ ਹੈ ਕਿ ਸੱਚਾਈ ਪਤਾ ਨਾ ਲੱਗੇ, ਪਰ ਸੱਚਾਈ ਦੇ ਪਤਾ ਲਾਉਣ ਦੇ ਅੱਜ ਵੀ ਬੜੇ ਸੋਰਸ ਹਨ, ਬੜੇ ਤਰੀਕੇ ਹਨ। ਪਰ ਜੇਕਰ ਕਿ ਕੋਈ ਆਲਸੀ ਹੈ, ਦਲਿਦਰੀ ਹੈ, ਸੱਚਾਈ ਜਾਣਨਾ ਹੀ ਨਹੀਂ ਚਾਹੁੰਦਾ, ਤੇ ਜੋ ਕੁਝ ਮੀਡੀਆ ਦੇ ਅੰਦਰ ਪਰੋਸਿਆ ਜਾ ਰਿਹਾ ਹੈ, ਜੋ ਕੁਝ ਜਿਹੜਾ ਹੈ ਅੱਜ ਕੱਲ੍ਹ ਸੋਸ਼ਲ ਮੀਡੀਆ ਰਾਹੀਂ ਕੋਈ ਨਾਸਤਕ ਉੱਠ ਕੇ, ਕੋਈ ਬੇਮੁਖ ਉੱਠ ਕੇ ਜੋ ਮਰਜ਼ੀ ਕਹਿੰਦਾ, ਉਹਦੀ ਗੱਲ ਸੁਣ ਕਰਕੇ ਤੇ ਫਿਰ ਭਰੋਸਾ ਕਰਦੇ ਹੈ ਤੇ ਕਈ ਲੁਕਵੇਂ ਤਰੀਕੇ ਨਾਲ ਵਾਰ ਕਰਦੇ ਹੈ, ਜਿਹੜਾ ਹੈ ਕਿ ਸਾਡਾ ਪਤਾ ਨਾ ਲੱਗ ਜਾਵੇ। ਪਰ ਵਾਰ ਪੂਰਾ ਕਰਦੇ ਆ ਲੁਕਵੇਂ ਤਰੀਕੇ ਨਾਲ ਵੀ, ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖ ਜਿਹੜੇ ਹੈ ਉਹ ਇਸ ਜੂਨ 1984 ਦੇ ਘੱਲੂਘਾਰੇ ਨੂੰ ਭੁੱਲ ਜਾਣ। ਤੇ ਜੇਕਰ ਕਿ ਭੁੱਲਦੇ ਨਹੀਂ ਤੇ ਫਿਰ ਉਸ ਸਮੇਂ ਦੇ ਹਾਲਾਤ ਜਿਹੜੇ ਆ, ਉਹਦਾ ਕਸੂਰ ਸਾਰਾ ਜਿਹੜੀ ਹੈ ਉਹ ਸੰਤਾਂ ਦੇ ਉੱਪਰ ਕੱਢਿਆ ਜਾਵੇ
ਅਤੇ ਇਸ ਨੂੰ ਗਲਤ ਬਿਆਨ ਕੀਤਾ ਜਾਵੇ ਸਿੱਖਾਂ ਦੇ ਅੰਦਰ, ਅਤੇ ਜਿਹੜਾ ਹੈ ਮਹਾਂਪੁਰਖਾਂ ਦੀ ਸ਼ਖਸੀਅਤ ਨੂੰ, ਛਵੀ ਨੂੰ ਖਰਾਬ ਕੀਤਾ ਜਾਵੇ। ਅੱਜ ਸਮਾਂ ਜਿਹੜਾ ਹੈ ਉਹ ਮਹਾਰਾਜ ਜੀ ਦਾ ਗੁਰਤਾ ਗੱਦੀ ਪੁਰਬ ਹੋਣ ਕਰਕੇ ਵਧੀਕ ਹੋ ਚੁੱਕਾ ਹੈ। ਤੋ ਆਪਾਂ ਘੱਲੂਘਾਰੇ ਦੇ ਸੰਬੰਧ ਵਿੱਚ ਰੋਜ਼ ਥੋੜ੍ਹਾ ਥੋੜ੍ਹਾ ਜਿਵੇਂ ਸਤਿਗੁਰੂ ਜੀ ਨੂੰ, ਗਰੀਬ ਨਵਾਜ ਜੀ ਨੂੰ ਪਾਇਆ, ਕਿਉਂਕਿ ਮਹਾਂਪੁਰਖਾਂ ਦਾ ਜੀਵਨ ਕੈਸਾ ਸੀ, ਉਹਨਾਂ ਦਾ ਬਚਪਨ ਕੈਸਾ ਸੀ, ਅਤੇ ਕਿਹੋ ਜਿਹੀ ਉਹਨਾਂ ਨੇ ਨਾਮ ਬਾਣੀ ਦੀ ਕਮਾਈ ਕੀਤੀ, ਉਹਨਾਂ ਦਾ ਸੁਭਾਅ ਕੈਸਾ ਸੀ, ਉਹਨਾਂ ਦਾ ਵਰਤੋਂ ਵਿਹਾਰ ਕੈਸਾ ਸੀ, ਇਹਦੇ ਆਪਾਂ ਜ਼ਰੂਰ ਸਾਂਝ ਪਾਇਆ ਕਰਾਂਗੇ। ਕਿਉਂਕਿ ਉਹਨਾਂ ਦੇ ਪਵਿੱਤਰ ਜੀਵਨ ਬਾਰੇ ਭਾਵੇਂ ਕਿ ਗੁਰਮੁਖਾਂ ਨੇ, ਮੈਂ ਪਹਿਲਾਂ ਬੇਨਤੀ ਕੀਤੀ ਹੈ, ਪੁਸਤਕਾਂ ਹਨ ਪਰ ਅਸੀਂ ਪੜ੍ਹਨ ਤੋਂ ਅਸਮਰੱਥ ਹੋਏ ਪਏ ਹਾਂ। ਜ਼ਰੂਰ ਸਾਨੂੰ ਪੜ੍ਹਨੀਆਂ ਚਾਹੀਦੀਆਂ, ਅਤੇ ਆਪਾਂ ਮਹਾਂਪੁਰਖਾਂ ਦੇ ਜੀਵਨ 'ਤੇ ਵੀ ਅਤੇ ਜੋ ਕੁਝ ਘੱਲੂਘਾਰੇ ਦੇ ਅੰਦਰ ਵਰਤਿਆ ਸੰਖੇਪ ਰੂਪ ਵਿੱਚ ਰੋਜ਼ ਸਾਂਝ ਪਾਇਆ ਕਰਾਂਗੇ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਨੂੰ ਗਰੀਬ ਨਵਾਜ ਜੀ ਬੈਰਾਗਮਈ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਹਜ਼ੂਰ ਦਾ 400 ਸਾਲਾ ਪ੍ਰਕਾਸ਼ ਗੁਰਪੁਰਬ ਜੋ ਲੰਘਿਆ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪੁਰਬ ਨੂੰ ਜਾਣ ਕਰਕੇ ਜੋ ਸੰਗਤਾਂ ਦੀ ਇੱਛਾ ਸੀ, ਇਹ ਪਾਵਨ ਬਾਣੀ ਦੀ ਕਥਾ ਜਿਹੜੀ ਹੈ ਉਹ ਜ਼ਰੂਰ ਸਾਂਝ ਪਾਈ ਜਾਵੇ। ਮਹਾਰਾਜ ਜੀ ਨੇ ਆਪ ਤਰਸ ਕੀਤਾ। ਤਲੰਗ ਰਾਗ ਵਿੱਚ ਅੱਜ ਮਹਾਰਾਜ ਜੀ ਦੇ ਸ਼ਬਦ ਜਿਹੜੇ ਹਨ ਉਹ ਆਰੰਭ ਹੋ ਰਹੇ ਹੈ। ਮਹਾਰਾਜ ਜੀ ਜਿਵੇਂ ਬਖਸ਼ਿਸ਼ ਕਰਦੇ ਹੈ, ਇਕਾਗਰ ਚਿੱਤ ਹੋ ਕਰਕੇ ਸਰਵਣ ਕਰੀਏ। ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਨਾਵਾਂ ਕਾਫੀ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਰਾਗ ਤਿਲੰਗ ਦੇ ਅੰਦਰ ਮਹਾਰਾਜ ਜੀ ਆਪਣੇ ਸ਼੍ਰੀ ਮੁਖ ਤੋਂ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਕਾਫੀ ਛੰਦ ਦੀ ਚਾਲ ਹੈ। ਹਿੰਦੀ ਦੇ ਵਿੱਚ ਕਾਫੀ ਰਾਗਣੀ ਦਾ ਨਾਮ ਵੀ ਮੰਨਿਆ ਜਾਂਦਾ ਹੈ, ਅਤੇ ਇਹਦੇ ਵਿੱਚ ਕਵੀਆਂ ਦੇ ਮੰਨਣ ਅਨੁਸਾਰ ਇਹ ਇੱਕ ਛੰਦ ਦੀ ਚਾਲ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਕਾਫੀ ਦੀ ਚਾਲ ਵਿੱਚ ਸਤਿਗੁਰੂ ਜੀ ਬੈਰਾਗਮਈ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਹਨ। ਰਾਗ ਤਲੰਗ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਦੁੱਤੀ ਪਰਮੇਸ਼ਰ ਇੱਕ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਏ। ਚੇਤਨਾ ਹੈ ਤੋ ਚੇਤ ਲੈ। ਸੱਚੇ ਪਾਤਸ਼ਾਹ ਮਹਾਰਾਜ ਜੀ ਗਰੀਬ ਨਵਾਜ ਸੁੱਤੇ ਪਏ ਮਨ ਨੂੰ ਜਗਾਉਂਦੇ ਹੋਏ ਉਪਦੇਸ਼ ਦਿੰਦੇ ਹੈ। ਸਤਿਗੁਰੂ ਜੀ ਕਹਿੰਦੇ ਨੇ, ਚੇਤਨਾ ਹੈ ਤੋ ਚੇਤ ਲੈ। ਜੇ ਤਾਂ ਤੇਰੇ ਅੰਦਰ ਚੇਤਨਾ ਨਾਮ ਹੈ ਬੁੱਧੀ ਦਾ, ਮਹਾਰਾਜ ਕਹਿੰਦੇ ਜੇ ਤਾਂ ਤੇਰੇ ਵਿੱਚ ਬੁੱਧੀ ਹੈ, ਤੈਨੂੰ ਅਕਲ ਹੈ, ਤੂੰ ਕਹਿੰਦਾ ਮੈਂ ਬੜਾ ਸਿਆਣਾ ਹਾਂ, ਬੜੀ ਮੈਨੂੰ ਸਮਝ ਵੈ, ਤੇ ਫਿਰ ਵਾਹਿਗੁਰੂ ਦੇ ਨਾਮ ਦਾ ਚੇਤਾ ਕਰ ਲੈ, ਪਰਮੇਸ਼ਰ ਦੇ ਨਾਮ ਦਾ ਭਜਨ ਕਰ ਲੈ। ਜੇ ਤੈਨੂੰ ਕੁਝ ਬੁੱਧੀ ਹੈ, ਕੁਝ ਸਮਝ ਹੈ, ਤੇ ਫਿਰ ਵਾਹਿਗੁਰੂ ਦੇ ਨਾਮ ਦਾ ਚੇਤਾ ਕਰਿਆ ਕਰ। ਨਿਸ ਦਿਨ ਮੈਂ ਪ੍ਰਾਨੀ। ਮਹਾਰਾਜ ਕਿੰਨਾ ਕੁ ਚਿਰ ਜਪਣਾ ਚਾਹੀਦਾ? ਸਤਿਗੁਰੂ ਜੀ ਕਹਿੰਦੇ ਰਾਤ ਦਿਨ ਦੇ ਅੰਦਰ ਹੀ ਇਹ ਪ੍ਰਾਣਾ ਧਾਰੀ ਜੀਵ ਵਾਹਿਗੁਰੂ ਦਾ ਚੇਤਾ ਕਰ ਲੈ। ਇਸੇ ਪ੍ਰਕਾਰ ਹੀ ਚੇਤਨਾ ਹੈ ਤੋ ਚੇਤ ਲੈ। ਸੋ ਜਿਹੜਾ ਚੇਤਨਾ ਹੈ ਨਾ, ਚੇਤਾ ਦਾ ਅਰਥ ਹੈ ਚੇਤਾ। ਮਹਾਰਾਜ ਕਹਿੰਦੇ ਜੇ ਤੈਨੂੰ ਚੇਤਾ ਹੈ ਨਾ, ਮਾਤਾ ਦੇ ਗਰਭ ਵਿੱਚ ਜਦੋਂ ਪੁੱਠਾ ਲਟਕਦਾ ਸੈ, ਮੁਖ ਤਲੈ ਪੈਰ ਉੱਪਰੈ, ਵਸੰਦੋ ਕੋਹਥੜੈ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਧਰੈ ਜਿਸਦਾ ਨਾਏ। ਮਹਾਰਾਜ ਕਹਿੰਦੇ ਜਦੋਂ ਤੂੰ ਪੁੱਠਾ ਲਟਕਦਾ ਸੀਗਾ, ਬਹੁਤ ਘੋਰ ਅੰਧਕਾਰ ਸੀਗਾ,
ਤੇ ਪੁੱਠਾ ਲਟਕਦਾ ਹੋਇਆ ਤੂੰ ਪਰਮੇਸ਼ਰ ਦੇ ਅੱਗੇ ਅਰਦਾਸਾਂ ਕਰਦਾ ਸੈਂ, ਵਾਹਿਗੁਰੂ ਮੈਨੂੰ ਜਨਮ ਦੇ ਦੇ ਸੰਸਾਰ ਦੇ ਅੰਦਰ ਤੇ ਮੈਂ ਤੇਰਾ ਨਾਮ ਜਪਾਂਗਾ। ਜੇ ਤਾਂ ਤੈਨੂੰ ਚੇਤਾ ਹੈ ਉਹ ਕੀਤੇ ਹੋਏ ਇਕਰਾਰਾਂ ਦਾ, ਪੁੱਠਾ ਲਟਕਦਿਆਂ ਹੋਇਆਂ ਦਾ ਤੈਨੂੰ ਉਹ ਸਮਾਂ ਚੇਤਾ ਏ, ਜੇ ਭੁੱਲ ਗਿਆ ਏ ਤੇ ਫਿਰ ਤੂੰ ਤਾਂ ਹੀ ਭਜਨ ਨਹੀਂ ਕਰ ਰਿਹਾ, ਕਿਉਂਕਿ ਤੈਨੂੰ ਉਹ ਯਾਦ ਭੁੱਲ ਗਈ ਸਾਰੀ। ਉਹ ਜਿਹੜਾ ਤੂੰ ਕਸ਼ਟ ਸਹਿਆ ਨਾ ਪੁੱਠੇ ਲਟਕਣ ਦਾ, ਤੇ ਉਹ ਤੈਨੂੰ ਸਾਰੇ ਦੁੱਖ ਕਸ਼ਟ ਭੁੱਲ ਗਏ ਜਦੋਂ ਘੋਰ ਅੰਧਕਾਰ ਦੇ ਅੰਦਰ ਪਿਆ ਹੋਇਆ ਬਹੁਤ ਪੁਨੇ ਅਰਦਾਸਾਂ ਕਰਦਾ ਸਾਂ, ਉਹ ਤਾਂ ਤੈਨੂੰ ਚੇਤਾ ਹੀ ਭੁੱਲ ਗਿਆ। ਤਾਂ ਕਰਕੇ ਤੂੰ ਪਰਮੇਸ਼ਰ ਦੇ ਨਾਮ ਨੂੰ ਚੇਤੇ ਨਹੀਂ ਕਰਦਾ ਹੈ। ਪਰ ਜੇ ਤੈਨੂੰ ਚੇਤਾ ਹੀ, ਮਹਾਰਾਜ ਨੇ ਕਿਹਾ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ, ਮਾਤਾ ਦੇ ਗਰਭ ਵਿੱਚ ਕੀਤੇ ਹੋਏ ਕਰਾਰਾਂ ਨੂੰ ਚੇਤੇ ਕਰਕੇ ਵਾਹਿਗੁਰੂ ਦਾ ਚੇਤਾ ਕਰਦੇ ਐ, ਪਰਮੇਸ਼ਰ ਦੀ ਯਾਦ ਵਿੱਚ ਆਪਣਾ ਜੀਵਨ ਬਤੀਤ ਕਰਦੇ ਐ, ਉਹਦੇ ਪਿਆਰ ਵਿੱਚ ਸਦਾ ਉਹਨਾਂ ਦੇ ਮਨ ਜਿਹੜੇ ਆ ਉਹ ਸਨਿਗਧ ਰਹਿੰਦੇ ਐ, ਕਿਉਂਕਿ ਉਹਨਾਂ ਨੂੰ ਚੇਤਾ ਹੁੰਦਾ ਹੈ ਕਿ ਜੇ ਕਰਕੇ ਭਜਨ ਨਾ ਕੀਤਾ ਤੇ ਫਿਰ ਇਸ ਗਰਭ ਜੂਨੀ ਦੇ ਦੁੱਖਾਂ ਨੂੰ ਮਨਾ ਸਹਾਰੇਂਗਾ। ਇਸ ਕਰਕੇ ਤੂੰ ਪਰਮੇਸ਼ਰ ਨਾਲ ਜਿਹੜਾ ਵਾਅਦਾ ਕੀਤਾ ਸੀ, ਜੇ ਤੈਨੂੰ ਉਸ ਕੀਤੇ ਹੋਏ ਵਾਅਦੇ ਦਾ ਚੇਤਾ ਹੈ ਨਾ, ਤਾਂ ਮਹਾਰਾਜ ਕਹਿੰਦੇ ਫਿਰ ਤੂੰ ਵਾਅਦਾ ਕਰਕੇ ਕਰਾਰ ਕਰਕੇ ਤੇ ਮੁੱਕਰ ਕਿਉਂ ਰਿਹਾ ਹੈ? ਉਸ ਵਾਅਦੇ ਮੁਤਾਬਕ, ਉਸ ਕੀਤੇ ਹੋਏ ਕਰਾਰ ਦੇ ਮੁਤਾਬਕ ਤੂੰ ਫਿਰ ਕਿਉਂ ਰਿਹਾ ਹੈ, ਭੁੱਲ ਕਿਉਂ ਰਿਹਾ ਹੈ? ਤੇ ਜਿਹੜਾ ਕੀਤੇ ਹੋਏ ਕਰਾਰ ਨੂੰ ਭੁੱਲ ਜਾਵੇ, ਫਿਰ ਜਾਵੇ, ਉਹਨੂੰ ਮਹਾਰਾਜ ਕਹਿੰਦੇ ਭਾਈ ਉਹ ਕੱਚਾ ਮਨੁੱਖ ਹੁੰਦਾ ਹੈ ਤੇ ਉਹ ਬੇਈਮਾਨ ਹੁੰਦਾ ਹੈ। ਫਿਰ ਉਹਨੂੰ ਜਿਹੜਾ ਧੋਖੇਬਾਜ਼ ਕਿਹਾ ਜਾਂਦਾ, ਜਿਹੜਾ ਕੀਤੇ ਹੋਏ ਕਰਾਰ ਤੋਂ ਫਿਸਲ ਜਾਵੇ, ਹਟ ਜਾਵੇ। ਮਹਾਰਾਜ ਕਹਿੰਦੇ ਸਾਰੇ ਹੀ ਦੋਸ਼ ਲੱਗਣਗੇ ਤੈਨੂੰ ਜੇ ਤੂੰ ਵਾਹਿਗੁਰੂ ਦਾ ਚੇਤਾ ਨਾ ਕੀਤਾ ਤਾਂ। ਫਿਰ ਤੈਨੂੰ ਅਕਿਰਤ ਘਣਤਾ ਦਾ ਦੋਸ਼ ਲੱਗੇਗਾ, ਬੇਈਮਾਨ ਹੋਣ ਦਾ ਦੋਸ਼ ਲੱਗੇਗਾ, ਤੇ ਜਿਹੜਾ ਹੈ ਵਲ ਛਲ ਕਰਨ ਦਾ, ਧਰੋਹ ਕਰਨ ਦਾ, ਇਹ ਸਾਰੇ ਹੀ ਤੈਨੂੰ ਪਾਪ ਲੱਗਣੇ ਆ, ਕਿਉਂਕਿ ਤੂੰ ਪਰਮੇਸ਼ਰ ਨਾਲ ਵਾਅਦਾ ਕੀਤਾ, ਵਾਹਿਗੁਰੂ ਦੇ ਨਾਲ ਤੂੰ ਇਕਰਾਰ ਕੀਤਾ ਹੈ ਕਿ ਮਹਾਰਾਜ ਮੈਨੂੰ ਜਨਮ ਦੇ, ਮੈਂ ਦਸਾਂ ਨੌਹਾਂ ਦੀ ਕਿਰਤ ਕਰਾਂਗਾ, ਧਰਮ ਦੀ ਕਮਾਈ ਕਰਾਂਗਾ ਤੇ ਤੇਰੇ ਨਾਂ ਦਾ ਦਸਵੰਧ ਕੱਢਾਂਗਾ, ਸਵਾਸ ਸਵਾਸ ਮਹਾਰਾਜ ਮੈਂ ਤੇਰਾ ਭਜਨ ਕਰਾਂਗਾ, ਮੈਨੂੰ ਜਨਮ ਦੇ। ਤੂੰ ਇਸ ਸੰਸਾਰ ਦੇ ਅੰਦਰ ਜਨਮ ਲਿਆ ਹੈ, ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਤੈਨੂੰ ਉਹ ਕੀਤੇ ਕਰਾਰ ਸਾਰੇ ਭੁੱਲ ਗਏ, ਮਾਇਆ ਨਾਲ ਤੇਰਾ ਚਿੱਤ ਲੱਗ ਗਿਆ ਹੈ। ਮਹਾਰਾਜ ਸੁੱਤੇ ਪਏ ਮਨ ਨੂੰ ਜਗਾਉਂਦੇ ਉਪਦੇਸ਼ ਦਿੰਦੇ ਆ, ਚੇਤਨਾ ਹੈ ਤਾਂ ਉਹ ਚੇਤ ਲੈ। ਜੇ ਤੈਨੂੰ ਚੇਤਾ ਹੈ ਮਾਤਾ ਦੇ ਗਰਭ ਵਿੱਚ ਕੀਤੇ ਹੋਏ ਕਰਾਰਾਂ ਦਾ, ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਚੇਤਾ ਕਰ ਲੈ, ਪਰਮੇਸ਼ਰ ਦੇ ਨਾਮ ਨੂੰ ਜਪ ਲੈਣਾ ਕਰ। ਇਸ ਦਿਨ ਮੈਂ ਪ੍ਰਾਨੀ, ਹੇ ਪ੍ਰਾਣਾ ਧਾਰੀ ਜੀਵ, ਰਾਤ ਦਿਨ ਦਾ ਸਮਾਂ ਹੈ, ਵਾਹਿਗੁਰੂ ਦਾ ਭਜਨ ਕਰ ਲੈ। ਤੂੰ ਰਾਤ ਸੌਂ ਕੇ ਲੰਘਾ ਦਿੰਨਾ ਹੈ, ਦਿਨ ਵਿਹਾਰਾਂ ਵਿੱਚ ਜਿਹੜਾ ਤੇਰਾ ਲੰਘ ਜਾਂਦਾ ਹੈ, ਤੂੰ ਵਾਹਿਗੁਰੂ ਦਾ ਭਜਨ ਨਹੀਂ ਕਰਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਤੈਨੂੰ ਚੇਤਾ ਹੈ ਨਾ ਤੇ ਫਿਰ ਵਾਹਿਗੁਰੂ ਦਾ ਭਜਨ ਕਰ, ਨਾਮ ਜਪ ਲੈ। ਰਾਤ ਦਿਨ ਦੇ ਸਮੇਂ ਵਿੱਚ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰ ਲੈ, ਰਾਤ ਦਿਨ ਵਾਹਿਗੁਰੂ ਦਾ ਭਜਨ ਕਰਿਆ ਕਰ। ਇਸੇ ਪ੍ਰਕਾਰ ਹੀ ਚੇਤਨਾ ਹੈ ਤੋ ਚੇਤ ਲੈ, ਚੇਤ ਨਾ। ਮਹਾਰਾਜ ਕਹਿੰਦੇ ਜੇ ਤੈਨੂੰ ਚੇਤਾ ਨਹੀਂ ਹੈ ਤਾਂ ਫਿਰ ਅਸੀਂ ਚੇਤਾ ਕਰਾ ਦਿੰਨੇ, ਕਿਉਂਕਿ ਜੇ ਤੂੰ ਚੇਤ ਨਾ, ਜੇ ਤੈਨੂੰ ਚੇਤਾ ਹੈ ਹੀ ਨਹੀਂ, ਤਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਐ ਫਿਰ ਤੂੰ ਚੇਤਾ ਕਰ ਲੈ, ਅਸੀਂ ਤੈਨੂੰ ਚੇਤਾ ਕਰਾਉਂਦੇ ਹਾਂ। ਇਸ ਦਿਨ ਮੈਂ ਪ੍ਰਾਨੀ, ਕੀ ਚੇਤਾ ਕਰਾਉਂਦੇ ਆ ਸਤਿਗੁਰੂ ਮਹਾਰਾਜ ਕਹਿੰਦੇ ਰਾਤ ਤੇ ਦਿਨ ਦੀ ਸੰਗਿਆ ਕਰਕੇ ਤੇਰੀ ਉਮਰ ਲੰਘ ਰਹੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਰਾਤ ਦਿਨ ਦੀ ਸੰਗਿਆ ਕਰਕੇ ਜਿਹੜੀ ਤੇਰੀ ਉਮਰ ਲੰਘ ਰਹੀ ਹੈ ਅਜਾਈ ਨਾ ਗਵਾ, ਵਾਹਿਗੁਰੂ ਦੇ ਨਾਮ ਦਾ ਚੇਤਾ ਕਰ ਲੈ, ਪਰਮੇਸ਼ਰ ਦੇ ਨਾਮ ਨੂੰ ਜਪਿਆ ਕਰ। ਇਸੇ ਪ੍ਰਕਾਰ ਹੀ ਚੇਤਨਾ ਹੈ ਤੋ ਚੇਤ ਲੈ, ਚੇਤਨਾ ਨਾਮ ਹੈ ਜਿਹੜਾ ਹੈ ਉਹ ਜਿਉਂਦੀ ਜਾਗਦੀ ਕੋਈ ਚੀਜ਼ ਹੋਵੇ ਤੇ ਕਹਿੰਦੇ ਉਹਦੇ ਵਿੱਚ ਚੇਤਨਾ ਹੈ, ਜਿੰਦ ਹੈ। ਤੇ ਜੇ ਮਰੀ ਗਿਆ ਹੈ, ਮੁਰਦਾ ਹੈ,
ਤੇ ਫਿਰ ਉਹਨੂੰ ਚੇਤਨਾ ਨਹੀਂ ਕਹਿੰਦੇ। ਭਾਈ ਇਹਦੇ ਵਿੱਚ ਜਿੰਦ ਨਹੀਂ ਹੈ, ਕੋਈ ਚੇਤਨਤਾ ਹੀ ਨਹੀਂ ਰਹੀ। ਸਰੀਰ ਹਿਲਦਾ ਹੈ, ਜੁਲਦਾ ਹੈ ਤੇ ਉਹ ਚੇਤਨਾ ਹੈ। ਚੇਤਨਾ ਕੀ? ਮਹਾਰਾਜ ਦੀ ਸੱਤਾ ਹੈ ਅੰਦਰ, ਜਿਹਨੂੰ ਚੇਤਨ ਸੱਤਾ ਕਹਿੰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਦੀ ਉਹ ਸੱਤਾ ਹੈ ਅੰਦਰ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਤਾਂ ਭਾਈ ਜਿਉਂਦਾ ਹੈ, ਤੇਰੇ ਅੰਦਰ ਚੇਤਨਾ ਹੈ, ਜੇ ਤੂੰ ਜਿਉਂਦਾ ਹੈ ਤੇ ਫਿਰ ਤਉ ਚੇਤ ਲੈ, ਤਾਂ ਫਿਰ ਪਰਮੇਸ਼ਰ ਦਾ ਚੇਤਾ ਕਰ ਲੈ। ਤੇ ਜੇ ਤੂੰ ਮਾਰੀ ਗਿਆ ਦੱਸ ਫਿਰ ਮੁਰਦੇ ਨੂੰ ਤਾਂ ਕਹਿਣਾ ਹੀ ਕੀ ਹੈ। ਕਿਉਂਕਿ ਜਿਹਨੂੰ ਸੁਣਿਆ ਵੀ, ਜਿਹੜਾ ਉਪਦੇਸ਼ ਸੁਣਦਿਆਂ ਵੀ ਸੁਣਾਈ ਨਹੀਂ ਦਿੰਦਾ, ਅੱਖਾਂ ਦੇ ਵੇਖਦਿਆਂ ਵੀ ਦਿਸਦਾ ਨਹੀਂ, ਤੇ ਫਿਰ ਉਹਨੂੰ ਮੁਰਦਾ ਹੀ ਕਿਹਾ ਜਾਂਦਾ। ਲਾਸ਼ ਹੀ ਤੁਰੀ ਫਿਰਦੀ ਹੈ, ਉਹ ਅੰਦਰ ਉਹਦੇ ਕੋਈ ਵੀ ਜਿਹੜੀ ਆ ਉਹ ਜਾਗਦੀ ਹੋਈ ਚੀਜ਼ ਨਹੀਂ ਹੈ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹਿ। ਕਿਉਂਕਿ ਨੇਤਰ ਸੋਏ ਪਰ ਦ੍ਰਿਸ਼ਟ ਵਿਕਾਰ, ਕਰਨ ਸੋਏ ਸੁਣ ਨਿੰਦ ਵਿਚਾਰ। ਰਸਨਾ ਸੋਈ ਲੋਭ ਮੀਠੇ ਸਾਧ, ਮਰ ਗਈ ਰਸਨਾ ਸਵਾਦਾਂ ਨੂੰ ਚਖਣ ਵਿੱਚ। ਮਰ ਗਈਆਂ ਅੱਖਾਂ ਰੂਪ ਵੇਖਣ ਵਿੱਚ, ਮਰ ਗਏ ਕੰਨ ਤਰ੍ਹਾਂ ਤਰ੍ਹਾਂ ਦੇ ਨਾਦ ਸੁਣਨ ਦੇ ਅੰਦਰ। ਤੇ ਫਿਰ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਕੋਈ ਹੈਗਾ ਜਿਉਂਦਾ? ਸਭ ਮਰੇ ਪਏ ਐ। ਮਹਾਰਾਜ ਕਹਿੰਦੇ ਜਦੋਂ ਮਰੀ ਗਿਆ ਤਾਂ ਫਿਰ ਤੈਨੂੰ ਕੀ ਚੇਤਾ ਕਰਾਈਏ, ਮਰੇ ਹੋਏ ਨੂੰ ਕੀ ਉਪਦੇਸ਼ ਦਈਏ। ਤੇ ਜਿਹੜਾ ਕੋਈ ਮਹਾਰਾਜ ਕਹਿੰਦੇ ਜੇ ਤਾਂ ਤੇਰੇ ਅੰਦਰ ਚੇਤਨਾ ਹੈਗੀ ਹੈ, ਤੇਰੇ ਅੰਦਰ ਤੂੰ ਕੋਈ ਜਾਗਦਾ ਹੈ, ਜੇ ਤੂੰ ਥੋੜਾ ਬਹੁਤਾ ਅੱਖਾਂ ਤੇਰੀਆਂ ਕੰਮ ਕਰਦੀਆਂ ਨੇ, ਤੇ ਫਿਰ ਵਾਹਿਗੁਰੂ ਦੀ ਜੋਤ ਵੇਖ ਸੰਸਾਰ ਦੇ ਅੰਦਰ। ਜੇ ਤੇਰੇ ਕੰਨ ਕੰਮ ਕਰਦੇ ਐ ਤੇ ਫਿਰ ਉਹਦਾ ਨਾਦ ਸੁਣ, ਜਿਹੜਾ ਨਾਮ ਦਾ ਨਾਦ ਹੋ ਰਿਹਾ ਹੈ। ਜੇ ਤੇਰਾ ਨੱਕ ਕੰਮ ਕਰਦਾ ਤੇ ਭਗਤੀ ਦੀ ਸੁਗੰਧੀ ਲੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਕਹਿੰਦੇ ਜੇ ਰਸਨਾ ਕੰਮ ਕਰਦੀ ਹੈ ਤੇ ਨਾਮ ਦੇ ਰਸ ਨੂੰ ਚਖ। ਸਤਿਗੁਰੂ ਕਹਿੰਦੇ ਜੇ ਅੰਦਰ ਤੇਰੇ ਚੇਤਨਾ ਹੈਗੀ ਹੈ, ਜੇ ਤਾਂ ਤੈਨੂੰ ਅੰਦਰ ਤੇਰੇ ਜਿੰਦ ਹੈ, ਕੋਈ ਜਾਗਦੀ ਹੈ, ਕੋਈ ਚੀਜ਼ ਤੇਰੇ ਅੰਦਰ, ਕੋਈ ਇੰਦਰਾ ਜਾਗਦਾ ਏ, ਤੇ ਫਿਰ ਵਾਹਿਗੁਰੂ ਦਾ ਚੇਤਾ ਕਰ ਲੈ। ਸੱਚੇ ਪਾਤਸ਼ਾਹ ਕਹਿੰਦੇ ਜੇ ਮੁਰਦਾ ਹੀ ਹੈ ਤਾਂ ਫਿਰ ਤੈਨੂੰ ਕੀ ਕਹੀਏ ਹੁਣ। ਜੇ ਤੂੰ ਜਿਉਂਦਾ ਹੈ, ਆਪਣੇ ਆਪ ਨੂੰ ਸਮਝਦਾ ਹੈ ਕਿ ਮੈਂ ਜਿਉਂਦਾ ਜਾਗਦਾ ਮਨੁੱਖ ਹਾਂ, ਤਾਂ ਫਿਰ ਮਹਾਰਾਜ ਕਹਿੰਦੇ ਜੇ ਚੇਤਨਾ ਹੈ ਤੇਰੇ ਅੰਦਰ ਤਾਂ ਉਹ ਚੇਤ ਲੈ ਤੇ ਪਰਮੇਸ਼ਰ ਦੇ ਨਾਮ ਦਾ ਚੇਤਾ ਕਰ ਲੈ। ਨਿਸ ਦਿਨ ਮੈਂ ਪ੍ਰਾਨੀ। ਮਹਾਰਾਜ ਕਿੰਨਾ ਕੁ ਚਿਰ ਭਜਨ ਕਰਨਾ ਚਾਹੀਦਾ, ਸਵੇਰੇ ਕਿ ਸ਼ਾਮ ਨੂੰ? ਮਹਾਰਾਜ ਕਹਿੰਦੇ ਜਦੋਂ ਤੇਰੇ ਕੋਲ ਸਮਾਂ ਹੋਵੇ, ਰਾਤ ਤੇ ਦਿਨ ਦਾ। ਪਰ ਤੂੰ ਕੀ ਕਹਿਣਾ ਕਿ ਭਜਨ ਕਰਨ ਲਈ ਤਾਂ ਸਮਾਂ ਹੀ ਹੈ ਨਹੀਂ। ਮਹਾਰਾਜ ਕਹਿੰਦੇ ਜਿਹੜਾ ਤੂੰ ਵਾਅਦਾ ਕੀਤਾ ਹੈ, ਜੇ ਤੇਰੇ ਵਿੱਚ ਅਕਲ ਹੈ, ਜੇ ਤੇਰੇ ਵਿੱਚ ਕੋਈ ਚੇਤਨਾ ਹੈ, ਕੋਈ ਤੈਨੂੰ ਸੋਝੀ ਹੈ, ਮਹਾਰਾਜ ਕਹਿੰਦੇ ਜੇ ਤੇਰੇ ਵਿੱਚ ਜਿੰਦ ਜਾਨ ਹੈ ਤੇ ਫਿਰ ਪਰਮੇਸ਼ਰ ਦਾ ਭਜਨ ਪਤਾ ਕਿੰਨਾ ਚਿਰ ਕਰ। ਜਬ ਲਬ ਬਿਕਲ ਭਈ ਨਹੀਂ ਬਾਨੀ, ਭਜ ਲੈ ਰੇ ਮਨ ਸਾਰੰਗ ਪਾਨੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਦੋਂ ਤੱਕ ਤੇਰੀ ਬਾਣੀ ਅਸਤ ਵਿਅਸਤ ਨਹੀਂ ਹੋਈ, ਜਦੋਂ ਬਾਣੀ ਹੀ ਅਸਤ ਵਿਅਸਤ ਹੋ ਗਈ, ਉਦੋਂ ਤੇਰੇ ਕੋਲੋਂ ਜਿਵੇਂ ਆਰਾਮ ਕਹਿਣਾ ਹੋਵੇ ਤੇ ਮੁਖ ਤੋਂ ਲਾਮ ਨਿਕਲਦਾ। ਵਾਹਿਗੁਰੂ ਸ਼ਬਦ ਫਿਰ ਸੁੱਧ ਨਹੀਂ ਉਚਾਰਨ ਕੀਤਾ ਜਾਣਾ। ਤੇ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਐ ਤੂੰ ਵਾਹਿਗੁਰੂ ਦਾ ਭਜਨ ਉਹਨਾਂ ਚਿਰ ਪੂਰੇ ਆਪਣੇ ਹੋਸ਼ੋ ਹਵਾਸ਼ ਵਿੱਚ ਕਰਿਆ ਕਰ। ਐਵੇਂ ਆਲਸ ਦੇ ਥੱਲੇ ਨਾ ਦੱਬਿਆ ਰਿਹਾ ਕਰ, ਐਵੇਂ ਗਾਫਲ ਨਾ ਬਣਿਆ ਕਰ। ਤੇ ਜਦੋਂ ਤੂੰ ਬਸੁਰਤ ਹੋ ਜਾਣਾ ਹੈ, ਇਹ ਤੈਨੂੰ ਮਾਇਆ ਦੇ ਰੰਗ ਤਮਾਸ਼ੇ ਹੀ ਬਸੁਰਤ ਕਰਦੇ ਆ। ਜੋ ਕੁਝ ਅੰਦਰੋਂ ਹਰੇਕ ਜੀਵ ਦੇ ਉਹ ਸੱਤਾ ਆਵਾਜ਼ ਦਿੰਦੀ ਹੈ ਕਿ ਤੇਰਾ ਸਮਾਂ ਫਜ਼ੂਲ ਲੰਘ ਰਿਹਾ। ਜਿਹੜੇ ਸਤਸੰਗੀ ਹੁੰਦੇ ਆ ਉਹਨਾਂ ਨੂੰ ਤਾਂ ਉਸੇ ਵੇਲੇ ਅੰਦਰੋਂ ਸੱਤਾ ਆਵਾਜ਼ ਦਿੰਦੀ ਕਿ ਵੇਖ ਤੂੰ ਕਿਹੜੇ ਕੰਮ 'ਚ ਲੱਗਾ ਹੋਇਆ, ਫਜ਼ੂਲ ਆਪਣਾ ਸਮਾਂ ਬਰਬਾਦ ਕਰ ਰਿਹਾ। ਪਰ ਜਿਹੜੇ ਉਸ ਆਵਾਜ਼ ਨੂੰ ਸੁਣਦੇ ਨਹੀਂ, ਉਦੋਂ ਫਿਰ ਜਿਹੜੇ ਆ ਉਹ ਪੱਥਰ ਵਰਗਾ ਸੁਭਾਅ ਬਣਦਾ ਜਾਂਦਾ। ਹੌਲੀ ਹੌਲੀ ਫਿਰ ਉਹ ਪੱਥਰ ਹੀ ਹੋ ਜਾਂਦਾ। ਮਨ ਨਾ ਕਿਸੇ ਦੇ ਹਾਵ ਭਾਵ ਨੂੰ ਸਮਝ ਪਾਉਂਦਾ, ਨਾ ਉਹਦੇ ਅੰਦਰ ਦਇਆ ਰਹਿੰਦੀ ਹੈ, ਕਿਸੇ ਦੇ ਦੁੱਖ ਨੂੰ ਵੇਖ ਕੇ ਦਰਵਦਾ ਨਹੀਂ। ਤੇ ਹੌਲੀ ਹੌਲੀ ਪਸ਼ੂਆਂ ਤੋਂ ਵੀ ਗਿਰ ਜਾਂਦਾ, ਕਿਉਂਕਿ ਪਸ਼ੂ ਵੀ ਦਰਵ ਜਾਂਦੇ ਆ। ਪਸ਼ੂ ਵੀ ਆਪਣੇ ਮਾਲਕ ਵੱਲ ਵੇਖ ਕਰਕੇ ਤੇ ਪ੍ਰੇਮ ਦਾ ਇਜ਼ਹਾਰ ਕਰਦੇ ਆ, ਪਰ ਉਸ ਮਨੁੱਖ ਦੇ ਅੰਦਰ ਕੋਈ ਕਿਸੇ ਦਾ ਦੁੱਖ ਦਰਦ ਪੀੜਾ ਨਹੀਂ ਰਹਿੰਦੀ। ਉਹ ਤਾਂ ਆਪਣੇ ਸੁੱਖ ਦੇ ਵਿੱਚ ਹੀ ਇੰਨਾ ਅਧੀਨ ਹੋ ਜਾਂਦਾ ਹੈ
ਤੇ ਇੰਨੀਆਂ ਬੁਰਾਈਆਂ ਆ ਜਾਂਦੀਆਂ, ਇੰਨੇ ਔਗਣ ਆ ਜਾਂਦੇ ਐ, ਉਹਨੂੰ ਫਿਰ ਪਰਮੇਸ਼ਰ ਦੇ ਨਾਮ ਦਾ ਕਿੱਥੋਂ ਚੇਤਾ ਆਉਣਾ। ਚਿੰਤਨ ਨਹੀਂ ਕਰਦਾ ਫਿਰ ਐਸਾ ਮਨੁੱਖ, ਤੇ ਉਹ ਮਹਾਰਾਜ ਕਹਿੰਦੇ ਆ ਭਾਈ ਆਪਣੇ ਮਨੁੱਖਾ ਜਨਮ ਨੂੰ ਫਿਰ ਸਾਰੇ ਨੂੰ ਬਰਬਾਦ ਕਰ ਲੈਂਦਾ, ਹਾਰ ਜਾਂਦਾ ਹੈ। ਪਰ ਗੁਰਮੁਖ ਜਿਹੜੇ ਐ ਉਹ ਛਿਨ ਛਿਨ ਨੂੰ ਸਵਾਰਦੇ ਐ ਕਿ ਪਿਛਲੇ ਲੰਘੇ ਸਮੇਂ ਨੂੰ ਕਈ ਵਾਰੀ ਮਨ ਝੂਰਦਾ ਰਹਿੰਦਾ ਹੈ ਕਿ ਅੱਛਾ ਮੇਰਾ ਲੰਘ ਗਿਆ ਸਮਾਂ। ਉਹ ਝੂਰਨਾ ਵੀ ਮੰਨਦਾ ਹੈ ਕਿ ਇਹੋ ਜਿਹੀ ਹਾਲਤ ਵੈ ਕਿ ਉਹ ਭਜਨ ਵੱਲ ਨਹੀਂ ਲੱਗਣ ਦਿੰਦਾ। ਜਿਹੜਾ ਲੰਘ ਗਿਆ ਉਹ ਤਾਂ ਸਾਡੇ ਹੱਥ ਨਹੀਂ ਰਿਹਾ, ਪਰ ਜਿਹੜਾ ਆਉਣ ਵਾਲਾ ਹੈ ਉਸ ਨੂੰ ਹੀ ਤਤਪਰ ਹੋ ਕਰਕੇ ਜਿਹੜਾ ਹੈ ਸੁਧਾਰ ਲਈਏ, ਮਹਾਰਾਜ ਦੇ ਅੱਗੇ ਅਰਦਾਸ ਕਰੀਏ ਤੇ ਅੱਗੇ ਨੂੰ ਹੀ ਸਮਝ ਜਾਈਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅਜੇ ਤੇਰੇ ਕੋਲ ਰਾਤ ਤੇ ਦਿਨ ਹੈ, ਜਿਹੜਾ ਤੇਰੇ ਸੰਗਿਆ ਨਾਲ ਲੰਘ ਰਿਹਾ ਹੈ ਨਾ, ਇਸ ਕਰਕੇ ਤੂੰ ਆਪਣੇ ਅੰਦਰ ਦੀ ਆਵਾਜ਼ ਨੂੰ ਸੁਣ ਲੈ। ਉਹ ਆਵਾਜ਼ ਨਿਰੰਕਾਰ ਦੀ ਆਵਾਜ਼ ਹੈ, ਉਹ ਤੇਰੀ ਆਪਣੀ ਜਿਹੜੀ ਹੈ ਅੰਦਰ ਸੱਤਾ ਜੋ ਤੂੰ ਹੈ ਉਹਦੇ ਨਾਲ ਤੇਰਾ ਮਿਲਾਪ ਹੋ ਜਾਏਗਾ, ਉਸ ਆਵਾਜ਼ ਨੂੰ ਸੁਣੇਗਾ ਤਾਂ। ਨਹੀਂ ਤਾਂ ਹੋਰ ਹੀ ਜਿਹੜੇ ਆ ਨਾ ਉਹਨਾਂ ਨੇ ਕਬਜ਼ਾ ਕੀਤਾ ਪਿਆ ਤੇਰੇ ਉੱਤੇ, ਇਸ ਤੇਰੀ ਦੇਹ ਦੇ ਉੱਤੇ ਕਬਜ਼ਾ ਕੀਤਾ ਹੈ, ਤੇਰੇ ਮਨ ਰੂਪੀ ਮਹਿਲ ਦੇ ਉੱਤੇ ਕਬਜ਼ਾ ਕੀਤਾ ਹੋਇਆ। ਕਈਆਂ ਨੇ ਕਾਮ ਨੂੰ ਰਾਜਾ ਬਣਾਇਆ ਹੋਇਆ, ਕਈ ਕ੍ਰੋਧ ਦਾ ਰਾਜ ਹੈ ਕਈਆਂ ਦੇ ਅੰਦਰ। ਇਉਂ ਇਹ ਆਸਰੀ ਸੰਪਦਾ ਤੇਰੇ ਉੱਤੇ ਗਲਬਾ ਪਾਈ ਬੈਠੀ ਹੈ, ਇਹਨਾਂ ਨੇ ਤੇਰੇ ਉੱਤੇ ਕਬਜ਼ਾ ਕਰ ਲਿਆ। ਪਰ ਜੇ ਤੂੰ ਇਹ ਕਬਜ਼ਾ ਛਡਾਉਣਾ ਤੇ ਫਿਰ ਤੂੰ ਵਾਹਿਗੁਰੂ ਦੇ ਨਾਮ ਨੂੰ ਜਪ ਲੈ। ਮਹਾਰਾਜ ਕਹਿੰਦੇ ਪਰਮੇਸ਼ਰ ਦੇ ਜਿਹੜਾ ਨਾ ਚਿੰਤਨ ਕਰ ਲੈ। ਜੇ ਤੂੰ ਚੇਤਾ ਕਰੇਂਗਾ, ਕਿਉਂਕਿ ਤੈਨੂੰ ਚੇਤਾ ਕੁਝ ਹੋਰ ਹੀ ਰਹਿੰਦਾ, ਤੈਨੂੰ ਚੇਤਾ ਈਰਖਾ ਰਹਿੰਦੀ ਹੈ ਕਿ ਉਹ ਨਹੀਂ ਤੂੰ ਭੁੱਲਦਾ ਕਦੇ ਵੀ, ਵੈਰ ਨਹੀਂ ਕਦੇ ਭੁੱਲਦਾ। ਇੰਨਾ ਜ਼ਿਆਦਾ ਤੇਰੇ ਅੰਦਰ ਦੇਹਾਂ ਦਾ ਵੈਰ ਪਿਆ ਹੋਇਆ, ਉਹ ਵੈਰ ਨੂੰ ਤੂੰ ਵਿਸਾਰਦਾ ਹੀ ਨਹੀਂ। ਪੁਨः ਪੁਨः ਤੈਨੂੰ ਬਦਲੇ ਲੈਣ ਦੇ ਫੁਰਨੇ ਆਉਂਦੇ ਰਹਿੰਦੇ ਆ। ਫਿਰ ਪੁਨः ਜਿਹੜਾ ਹੈ ਤੂੰ ਮਾਇਆ ਨੂੰ ਚੇਤਾ ਕਰਦਾ ਰਹਿਣਾ ਹੈ। ਤੇਰੇ ਚੇਤੇ ਵਿੱਚ ਵੇਖ ਕੀ ਹੈ, ਤੇ ਤੂੰ ਸੋਚਦਾ ਕਿ ਮੈਂ ਭਜਨ ਕਰ ਰਿਹਾ, ਸਿਮਰਨ ਕਰ ਰਿਹਾ। ਸਿਮਰਨ ਨਹੀਂ ਕਰਦਾ ਪਿਆ, ਤੇਰੇ ਚੇਤੇ ਵਿੱਚ ਕੁਝ ਹੋਰ ਹੀ ਚੱਲਦਾ ਪਿਆ। ਜੋ ਤੈਨੂੰ ਚੇਤੇ ਹੈ ਨਾ ਉਹਨੂੰ ਵਿਸਾਰ ਦੇ, ਵਾਹਿਗੁਰੂ ਦੇ ਨਾਮ ਦਾ ਚੇਤਾ ਕਰ। ਉਹ ਚੇਤਾ ਕਰਕੇ ਸੰਸਾਰ ਤੋਂ ਇੱਕ ਦਿਨ ਜਾਣਾ ਹੈ। ਮਹਾਰਾਜ ਕਹਿੰਦੇ ਨੇ ਚੇਤਨਾ ਹੈ ਤੋ ਚੇਤ ਲੈ। ਜੇ ਤਾਂ ਭਈ ਫਿਰ ਤੈਨੂੰ ਚੇਤਾ ਹੈ ਤੇ ਫਿਰ ਵਾਹਿਗੁਰੂ ਦੇ ਨਾਮ ਦਾ ਚੇਤਾ ਕਰ ਲੈ। ਰਾਤ ਦਿਨ ਭਜਨ ਕਰਿਆ ਕਰ, ਨਾਮ ਜਪਿਆ ਕਰ। ਚੇਤੇ ਵਿੱਚ ਜਦੋਂ ਮਹਾਰਾਜ ਵਸ ਗਏ ਨਾ, ਫਿਰ ਤੈਨੂੰ ਯਤਨ ਨਹੀਂ ਬਾਹਲਾ ਕਰਨਾ ਪੈਣਾ। ਜਿਹੜਾ ਆਰੰਭ ਵਿੱਚ ਜੋ ਕੋਸ਼ਿਸ਼ਾਂ ਕਰਦਾ ਹੈ ਨਾ, ਉਹ ਕੋਸ਼ਿਸ਼ਾਂ ਤੋਂ ਫਿਰ ਕਿਉਂਕਿ ਸਾਧਨ ਕਰੇਗਾ ਤਾਂ ਚੇਤੇ ਵਿੱਚ ਮਹਾਰਾਜ ਆਉਣਗੇ ਨਾ, ਫਿਰ ਸਾਧਨ ਕਰਨ ਤੋਂ ਨਿਰਯਤਨ ਹੀ ਮਹਾਰਾਜ ਸਾਹਿਬ ਜੀ ਯਾਦ ਵਿੱਚ ਵਸ ਜਾਂਦੇ। ਤੇ ਜਦੋਂ ਯਾਦ ਵਿੱਚ ਹੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆ ਜਾਣ, ਫਿਰ ਉਹ ਸਾਰਾ ਥਾਂ ਹੀ ਪਵਿੱਤਰ ਹੋ ਜਾਂਦਾ। ਸਰੀਰ ਹਿਰਦਾ ਸਭ ਪਵਿੱਤਰ ਹੋ ਜਾਵੇਗਾ ਤੇਰੀ ਯਾਦ ਵਿੱਚ ਨਹੀਂ ਮਹਾਰਾਜ। ਇਸ ਕਰਕੇ ਮਹਾਰਾਜ ਕਹਿੰਦੇ ਆਪਣੇ ਚੇਤੇ ਵਿੱਚ ਵਸਾ, ਹਰ ਵੇਲੇ ਪਰਮੇਸ਼ਰ ਦਾ ਚੇਤਾ ਕਰਿਆ ਕਰ। ਜੋ ਕੁਝ ਤੂੰ ਚੇਤੇ ਕਰਦਾ ਇਹਨੂੰ ਕੱਢ ਦੇ, ਨਿਕਲਣਾ ਤਾਂ ਇਹਦੇ ਰਸਨਾ ਨਾਲ ਸਿਮਰਨ ਕਰਨ ਲੱਗ ਜਾਏ, ਰਸਨਾ ਨਾਲ ਗੁਰੂ ਕੀ ਬਾਣੀ ਪੜ੍ਹਨ ਲੱਗ ਜਾਏ ਹਰ ਵੇਲੇ। ਤੇ ਫਿਰ ਜਦੋਂ ਤੂੰ ਹਰ ਵੇਲੇ ਬਾਣੀ ਨੂੰ ਪੜ੍ਹੇਂਗਾ, ਤੇਰਾ ਚਿੱਤ ਬਾਣੀ ਨਾਲ ਜੁੜਨ ਲੱਗ ਜਾਏਗਾ, ਤੇਰਾ ਚਿੱਤ ਗੁਰ ਮੰਤਰ ਨਾਲ ਜੁੜਨ ਲੱਗ ਜਾਏਗਾ। ਸੇਵਾ ਕਰਿਆ ਕਰ, ਸਕੂਨ ਮਿਲਦਾ ਹੈ। ਭਲੇ ਕਰਮ ਕਰਿਆ ਕਰ, ਪਰਉਪਕਾਰ ਕਰਿਆ ਕਰ, ਲੰਗਰ ਦੀ ਸੇਵਾ ਕਰਿਆ ਕਰ, ਗਰੀਬ ਦਾ ਭਲਾ ਕਰਿਆ ਕਰ। ਜਦੋਂ ਮਿੱਠਾ ਬੋਲੇਗਾ ਬਹੁਤ ਤੇਰੇ ਮਨ ਨੂੰ ਸਕੂਨ ਮਿਲੇਗਾ। ਇਸ ਕਰਕੇ ਆਪਣੇ ਜੀਵਨ ਨੂੰ ਸਹਿਜ ਵਿੱਚ ਲਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਾਲੀ ਕਾਲੀ ਕਰਦਿਆਂ, ਤੇਜੀ ਤੇਜੀ ਕਰਦਿਆਂ ਹੋਇਆਂ ਸੰਸਾਰ ਦੇ ਕੰਮਾਂ ਵਿੱਚ ਤੂੰ ਲੱਗਾ ਹੋਇਆ, ਤੇ ਇਸ ਤੇਜੀ ਨੂੰ ਤੂੰ ਆਪ ਨਹੀਂ ਵੇਖ ਪਾ ਰਿਹਾ ਕਿ ਤੇਰੀ ਉਮਰ ਕਿੰਨੀ ਤੇਜ਼ੀ ਨਾਲ ਲੰਘ ਰਹੀ ਹੈ। ਤੂੰ ਕੰਮਾਂ ਨੂੰ ਨਿਬੇੜਨ ਦੀ ਸੋਚ ਰਿਹਾ ਕਿ ਮੁੱਕ ਜਾਣ ਬੜੀ ਤੇਜ਼ੀ ਨਾਲ, ਪਰ ਇਹ ਕੰਮ ਨਹੀਂ ਮੁੱਕਦੇ ਹੁੰਦੇ। ਤੇਰੀ ਜੀਵਨ ਦੀ ਲੀਲਾ ਮੁੱਕ ਜਾਣੀ ਹੈ। ਜੇ ਤੈਨੂੰ ਇਸ ਗੱਲ ਦਾ ਚੇਤਾ ਹੈ ਤਾਂ ਫਿਰ ਪਰਮੇਸ਼ਰ ਦਾ ਚੇਤਾ ਕਰ, ਕਿਉਂਕਿ ਜਿਹੜਾ ਜ਼ਿੰਦਗੀ ਦੇ ਵਿਹਾਰਾਂ ਵਿੱਚ ਤੂੰ ਪਰਮੇਸ਼ਰ ਦੇ ਨਾਮ ਨੂੰ ਚੇਤਾ ਕੀਤਾ ਹੋਇਆ ਨਾ, ਉਹੋ ਹੀ ਤੇਰੇ ਕੰਮ ਆਉਣਾ। ਜਦੋਂ ਤੈਨੂੰ ਪਤਾ ਲੱਗਿਆ ਪਰਲੋਕ ਵਿੱਚ ਕੀ ਮੁੱਲ ਪੈਂਦਾ, ਬੜਾ ਹੈਰਾਨ ਹੋਵੇਂਗਾ। ਇਸ ਕਰਕੇ ਮਹਾਰਾਜ ਕਹਿੰਦੇ ਸਾਡੇ ਕਹਿਣ ਤੋਂ ਹੀ ਚੇਤੇ ਕਰ ਲੈ।
ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਆ ਅਸੀਂ ਚੇਤਾ ਕਰਾਉਂਦੇ ਆ ਤੇ ਚੇਤਾ ਕਰ ਲੈ। ਸਤਿਗੁਰੂ ਕਹਿੰਦੇ ਰਾਤ ਦਿਨ ਵਾਹਿਗੁਰੂ ਦੇ ਨਾਮ ਦਾ ਭਜਨ ਕਰਨਾ ਕਰਿਆ ਕਰ। ਛਿਨ ਛਿਨ ਔਦ ਬਿਹਾਤ ਹੈ। ਸਤਿਗੁਰੂ ਜੀ ਕਹਿੰਦੇ ਆ ਖਬਰੇ ਕਿਹੜਾ ਛਿਨ ਹੋਵੇ ਜਦੋਂ ਸਰੀਰ ਛੁੱਟ ਜਾਵੇ ਤੇ ਆਪਾਂ ਪੱਕਾ ਦਈਆ ਲਾ ਕਰਕੇ ਬੈਠੇ ਆ। ਮਹਾਰਾਜ ਕਹਿੰਦੇ ਜਿਹੜੀ ਔਦ ਹੈ ਨਾ ਇਹ ਛਿਨ ਛਿਨ ਦੀ ਸੰਗਿਆ ਕਰਕੇ ਬਿਹਾਤ ਹੈ, ਵਹਿੰਦੀ ਜਾ ਰਹੀ ਹੈ। ਜਿਵੇਂ ਨਦੀ ਦਾ ਜਲ ਵਹਿੰਦਾ ਜਾਂਦਾ ਹੈ ਨਾ, ਇਵੇਂ ਮਹਾਰਾਜ ਕਹਿੰਦੇ ਉਮਰਾ ਜਿਹੜੀ ਹੈ ਨਾ ਨਦੀ ਦੇ ਵਹਿਣ ਵਾਂਗੂ ਛਿਨ ਛਿਨ ਦੀ ਸੰਗਿਆ ਕਰਕੇ ਬਤੀਤ ਹੁੰਦੀ ਜਾ ਰਹੀ ਹੈ। ਫੂਟੈ ਘਟ ਜਿਉ ਪਾਨੀ। ਜਿਵੇਂ ਟੁੱਟੇ ਹੋਏ ਘੜੇ ਦੇ ਵਿੱਚੋਂ ਪਾਣੀ ਨਿਕਲਦਾ ਹੈ, ਜੇ ਉਸ ਦੇ ਵਿੱਚ ਛੇਕ ਹੋਵੇ ਤੇ ਫਿਰ ਘੜੇ ਵਿੱਚ ਪਾਣੀ ਜਿਹੜਾ ਨਾ ਉਹ ਸਥਿਰ ਨਹੀਂ ਰਹਿੰਦਾ। ਹੌਲੀ ਹੌਲੀ ਛਿਨ ਛਿਨ ਦੀ ਸੰਗਿਆ ਕਰਕੇ ਭਾਵੇਂ ਬਹੁਤ ਛੋਟਾ ਜਿਹਾ ਹੀ ਛੇਕ ਹੋਵੇ, ਭਾਵੇਂ ਮਾੜੀ ਜੀ ਤਰੇੜ ਹੀ ਆਈ ਹੋਵੇ, ਤਾਂ ਵੀ ਪਾਣੀ ਸਿਮਦਾ ਸਿਮਦਾ ਸਾਰਾ ਹੀ ਸਿਮ ਜਾਂਦਾ, ਨਿਕਲ ਜਾਂਦਾ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਦ੍ਰਿਸ਼ਟਾਂਤ ਦਿੰਦੇ ਹੈ। ਦਾ ਦ੍ਰਿਸ਼ਟਾਂਤ ਕੀ ਹੈ? ਮਹਾਰਾਜ ਫਰਮਾਉਂਦੇ ਹਨ ਛਿਨ ਛਿਨ ਔਦ ਬਿਹਾਤ ਹੈ। ਸਤਿਗੁਰੂ ਜੀ ਕਹਿੰਦੇ ਨੇ ਇਹ ਸਰੀਰ ਰੂਪੀ ਘੜਾ ਹੈ ਤੇ ਜਿਹੜਾ ਸਵਾਸਾਂ ਰੂਪੀ ਇਸ ਸਰੀਰ ਰੂਪੀ ਘੜੇ ਦੇ ਅੰਦਰ ਜਲ ਪਿਆ ਹੋਇਆ ਹੈ। ਘੜੇ ਦੇ ਅੰਦਰ ਤਾਂ ਥੋੜਾ ਜਿਹਾ ਛੇਕ ਹੋਵੇ ਜਾਂ ਤਰੇੜ ਆਈ ਹੋਵੇ ਤੇ ਸਿਮ ਦਾ ਜਲ ਸਮਾਪਤ ਹੋ ਜਾਂਦਾ ਹੈ ਨਾ। ਮਹਾਰਾਜ ਕਹਿੰਦੇ ਇਸ ਸਰੀਰ ਰੂਪੀ ਘੜੇ ਵਿੱਚ 9 ਦੁਆਰੇ ਹੈ, 10ਵਾਂ ਗੁਪਤ ਹੈ ਤੇ ਤੇਰਾ ਇਹ ਕਿਹੜੇ ਦੁਆਰੇ ਰਾਹੀਂ ਪ੍ਰਾਣ ਨਿਕਲ ਜਾਣੇ ਆ। ਤੇ ਅੰਦਰ ਜਿਹੜੇ 9 ਦੁਆਰੇ ਆ, ਗੁਬਾਰੇ ਵਿੱਚ ਫੂਕ ਭਰੀ ਹੋਵੇ ਤੇ ਤਾਂ ਵੀ ਉੱਤੋਂ ਉਹਨੂੰ ਬੰਦ ਕਰਦੇ ਤਾਂ ਹਵਾ ਅੰਦਰ ਟਿਕਦੀ ਹੈ। ਪਰ ਤੇਰਾ ਜਿਹੜਾ ਇਹ ਸਰੀਰ ਰੂਪੀ ਘੜਾ ਹੈ, ਜਿਹੜੇ ਸਵਾਸ ਹਨ ਕੀ ਹਵਾ ਹੀ ਹਨ। ਤੇ ਵਾਹਿਗੁਰੂ ਨੇ ਤੇਰਾ ਇਹ ਸਰੀਰ ਦਾ ਬੜਾ ਅਦੁੱਤੀ ਜਿਹੜਾ ਉਹ ਢੰਗ ਬਣਾ ਕਰਕੇ ਵੇਖ 9 ਦੁਆਰੇ ਖੁੱਲੇ ਪਏ ਐ, ਪਰ ਫਿਰ ਵੀ ਅੰਦਰ ਹਵਾ ਟਿਕਾਈ ਹੋਈ ਹੈ। ਉਹ ਜਿਹੜੀ ਸਵਾਸਾਂ ਦੀ ਗੰਢ ਹੈ ਨਾ, ਉਹ ਜਦੋਂ ਗੰਢ ਖੁੱਲ੍ਹਦੀ ਹੈ ਤੇ 9 ਦੁਆਰਿਆਂ ਰਾਹੀਂ ਕਿਸੇ ਦੁਆਰੇ ਰਾਹੀਂ ਉਹ ਪੀਕ ਜੀ ਜਿਹੜੀ ਆ ਹਵਾ ਕਿਉਂਕਿ ਨਿਕਲ ਜਾਂਦੀ। ਇਹ ਸਰੀਰ ਰੂਪੀ ਘੜੇ ਦੇ 9 ਦੁਆਰੇ ਹੈ ਤੇ ਸਵਾਸਾਂ ਰੂਪੀ ਪਾਣੀ ਹੈ, ਭਾਵ ਹਵਾ ਰੂਪੀ ਪਾਣੀ ਹੈ। ਇਹਦੇ ਵਿੱਚ ਸਵਾਸ ਕੀ ਹਨ? ਹਵਾ ਹੈ। ਤੇ ਕਿਹੜੇ ਦੁਆਰੇ ਰਾਹੀਂ ਨਿਕਲਣੀ ਹੈ? ਫਿਰ ਆਪਾਂ ਸਵਾਸਾਂ ਦੀ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ, ਹਵਾ ਅੰਦਰ ਨੂੰ ਜਾਂਦੀ ਹੈ, ਬਾਹਰ ਨੂੰ ਨਿਕਲਦੀ ਹੈ ਤੇ ਇਹ ਛਿਨ ਛਿਨ ਦੀ ਸੰਗਿਆ ਨਾਲ ਹੋ ਰਿਹਾ ਹੈ। ਮਹਾਰਾਜ ਕਹਿੰਦੇ ਜਿਹੜੇ ਸਵਾਸ ਹਨ ਨਾ ਤੇਰੇ, ਇਹ ਪਾਣੀ ਦੀ ਨਿਆਈ ਹੈ। ਜਿਵੇਂ ਬਾਹਰ ਘੜੇ 'ਚ ਪਾਣੀ ਪਿਆ ਤੇ ਛੇਕ ਹੋਇਆ, ਉਹ ਲੰਘ ਜਾਂਦਾ ਸਾਰਾ, ਉੱਥੋਂ ਸਿਮ ਜਾਂਦਾ ਹੈ। ਇਵੇਂ ਤੇਰੇ ਸਰੀਰ ਰੂਪੀ ਘੜੇ ਵਿੱਚੋਂ ਜਿਹੜਾ ਪ੍ਰਾਣ ਵਾਯੂ ਵਗ ਰਹੀ ਹੈ ਨਾ, ਇਹ ਜਾਣੋ ਸਿਮ ਹੀ ਰਿਹਾ ਤੇਰੇ ਸਰੀਰ ਰੂਪੀ ਘੜੇ ਵਿੱਚੋਂ ਸਵਾਸਾਂ ਰੂਪੀ ਜਲ। ਕਿਉਂਕਿ ਮਹਾਰਾਜ ਨੇ ਕਿਹਾ ਰੇ ਮਨ ਲੇਖੈ ਚਾਲਹਿ ਲੇਖੇ ਬੈਸੈ, ਲੇਖੇ ਲੈਂਦਾ ਸਾਹਾ ਹੈ। ਇਹ ਸਾਹ ਲੇਖੇ ਵਿੱਚ ਹੈ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਛਿਨ ਛਿਨ ਦੀ ਸੰਗਿਆ ਕਰਕੇ ਜਿਹੜੀ ਤੇਰੀ ਔਧ ਹੈ, ਜਿਹੜੇ ਤੇਰੇ ਸਵਾਸ ਹਨ, ਜਿਹੜੀ ਤੇਰੀ ਉਮਰਾ ਹੈ, ਇਹ ਲੰਘ ਰਹੀ ਹੈ। ਫੂਟੈ ਘਟ ਜਿਉ ਪਾਨੀ। ਜਿਵੇਂ ਟੁੱਟੇ ਘੜੇ ਚੋਂ ਪਾਣੀ ਗੁਜ਼ਰ ਜਾਂਦਾ, ਲੰਘ ਜਾਂਦਾ ਹੈ, ਸਿਮ ਜਾਂਦਾ ਹੈ, ਇਵੇਂ ਮਹਾਰਾਜ ਕਹਿੰਦੇ ਤੇਰੀ ਉਮਰ ਜਿਹੜੀ ਹੈ ਨਾ ਉਹ ਲੰਘ ਜਾਵੇਗੀ, ਸਵਾਸ ਵਿਅਰਥ ਚਲੇ ਜਾਣਗੇ। ਵਾਹਿਗੁਰੂ ਦਾ ਭਜਨ ਕਰ ਲੈ, ਚੇਤਨਾ ਹੈ ਤੋ ਚੇਤ ਲੈ। ਜੇ ਤੈਨੂੰ ਇਸ ਗੱਲ ਦਾ ਚੇਤਾ ਹੈ ਕਿ ਸਵਾਸ ਬਤੀਤ ਹੁੰਦੇ ਜਾ ਰਹੇ ਆ, ਲੰਘਦੇ ਜਾ ਰਹੇ ਆ, ਤੇ ਫਿਰ ਪਰਮੇਸ਼ਰ ਦਾ ਭਜਨ ਕਰਿਆ ਕਰ। ਰਹਾਉ। ਵਿਸ਼ਰਾਮ ਦੇ ਕੇ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਹਨ ਹਰ ਗੁਣ ਕਾਹੇ ਨਾ ਗਾਵਹੀ। ਸਤਿਗੁਰੂ ਜੀ ਕਹਿੰਦੇ ਨੇ ਕਾਹੇ ਕਿਉਂ ਨਹੀਂ ਤੂੰ ਹਰੀ ਦੇ ਗੁਣ ਗਾਉਂਦਾ? ਕਿਸ ਵਾਸਤੇ? ਮਹਾਰਾਜ ਸਾਹਿਬ ਜੀ ਪੁੱਛਦੇ ਐ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਕਹਿੰਦੇ ਆ ਹਰ ਗੁਣ ਕਾਹੇ ਨਾ ਗਾਵਈ। ਐਡਾ ਵੱਡਾ ਲਾਭ ਹੈ ਪਰਮੇਸ਼ਰ ਦੇ ਗੁਣਾਂ ਨੂੰ ਗਾਉਣ ਦਾ, ਤੇ ਤਰਲੇ ਲੈ ਲੈ ਕੇ ਤੂੰ ਮਨੁੱਖਾ ਜਨਮ ਲਿਆ ਹੈ, ਵਾਅਦੇ ਕਰਕੇ ਆਇਆ ਹੈ। ਤੇ ਫਿਰ ਮਹਾਰਾਜ ਪੁੱਛਦੇ ਆ ਕਿ ਇੰਨਾ ਕੁਝ ਤੂੰ ਇਕਰਾਰ ਕੀਤਾ ਹੈ, ਜਨਮ ਮਿਲਿਆ ਹੀ ਇਸੇ ਕਰਕੇ ਹੈ, ਤੇ ਇੰਨੇ ਲਾਭ ਹਨ,
ਮਨੁੱਖਾ ਜਨਮ ਨਹੀਂ ਤਾਂ ਹਾਰ ਜਾਏਗਾ। ਤੇ ਫਿਰ ਵੀ ਸਤਿਗੁਰੂ ਜੀ ਕਹਿੰਦੇ ਤੂੰ ਜਪਦਾ ਨਹੀਂ, ਹਰ ਗੁਣ ਕਾਹੇ ਨਾ ਗਾਵਈ, ਕਿਉਂ ਹਰੀ ਦੇ ਗੁਣ ਤੂੰ ਨਹੀਂ ਗਾਉਂਦਾ ਹੈ। ਮੂਰਖ ਅਗਿਆਨਾ, ਜੇ ਨਹੀਂ ਗਾਉਂਦਾ ਤੇ ਸਤਿਗੁਰੂ ਜੀ ਕਹਿੰਦੇ ਫਿਰ ਮੂਰਖ ਹੀ ਆ ਨਾ, ਅਗਿਆਨ ਹੀ ਆ ਨਾ ਤੇਰੇ ਅੰਦਰ। ਤੇ ਤੂੰ ਸਮਝਦਾ ਕਿ ਮੈਂ ਬੜਾ ਗਿਆਨੀ ਆ, ਮੈਨੂੰ ਬੜੇ ਅਰਥ ਆਉਂਦੇ ਆ, ਪਰ ਮਹਾਰਾਜ ਕਹਿੰਦੇ ਨੇ ਤੇਰੇ ਵਰਗਾ ਕੋਈ ਹੋਰ ਮੂਰਖ ਨਹੀਂ ਹੈ, ਕਿਉਂਕਿ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾਓ। ਜੇ ਨਾਮ ਦੇ ਉੱਤੇ ਮਨ ਹੀ ਨਹੀਂ ਮੰਨ ਰਿਹਾ ਤਾਂ ਸਤਿਗੁਰੂ ਜੀ ਕਹਿੰਦੇ ਮੂਰਖਾਂ ਦੇ ਸਿਰ ਵੱਡਾ ਮੂਰਖ ਹੈ ਉਹ। ਇਹ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ। ਤੇ ਆਪਾਂ ਸਮਝਦੇ ਆ ਸਾਨੂੰ ਅਕਲ ਬੜੀ ਹੈ, ਤਮੀਜ਼ ਬੜੀ ਹੈ, ਬੜੇ ਅਸੀਂ ਦਾਨੇ ਆ, ਬੜੇ ਦਰਵੇਸ਼ ਆ, ਸਾਨੂੰ ਤਾਂ ਸੋਝੀ ਬੜੀ ਹੈ ਜੀਵਨ ਦੇ ਜਿਉਣ ਦੀ, ਬੜਾ ਸਮਾਜ ਵਿੱਚ ਆਪਣਾ ਪ੍ਰਭਾਵ ਦਿਖਾਉਂਦੇ ਆ, ਤੇ ਸੰਸਾਰ ਵਿੱਚ ਅਸੀਂ ਤਾਂ ਬੜੇ ਧਰਮੀ, ਬੜੇ ਮਹਾਪੁਰਖ, ਇਉਂ ਸਾਨੂੰ ਵੇਖ ਵੇਖ ਕੇ ਲੋਕ ਸਲਾਮਾਂ ਕਰਦੇ ਆ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਜੇ ਤੂੰ ਹਰੀ ਦੇ ਗੁਣ ਨਹੀਂ ਨਾ ਗਾਉਂਦਾ ਤੇ ਫਿਰ ਆਪਣੇ ਆਪ ਨੂੰ ਸਮਝਦਾਰ ਨਾ ਸਮਝ ਲੈ ਤੂੰ ਅਤ ਮੂਰਖ ਹੈ ਤੇ ਅਗਿਆਨੀ ਹੈ ਬੜਾ ਵੱਡਾ, ਤੇਰੇ ਅੰਦਰ ਅੰਧਕਾਰ ਹੈ ਅਗਿਆਨ ਦਾ। ਕਿਉਂਕਿ ਮਹਾਰਾਜ ਸੰਬੋਧਨ ਹੋ ਕੇ ਕਹਿੰਦੇ ਹਰ ਗੁਣ ਕਾਹੇ ਨਾ ਗਾਵਈ, ਮੂਰਖ ਅਗਿਆਨਾ। ਹੇ ਮੂਰਖਾ, ਹੇ ਅਗਿਆਨੀਆਂ, ਤੂੰ ਵਾਹਿਗੁਰੂ ਦੇ ਗੁਣ ਫਿਰ ਕਿਉਂ ਨਹੀਂ ਗਾਉਂਦਾ ਹੈ? ਜੇ ਨਹੀਂ ਗਾਉਂਦਾ ਤਾਂ ਫਿਰ ਅਗਿਆਨੀ ਹੈ ਨਾ, ਮੂਰਖ ਹੀ ਹੈ ਨਾ, ਬੇਸਮਝ ਹੈ ਜੇ ਤੂੰ ਵਾਹਿਗੁਰੂ ਦੇ ਗੁਣ ਨਹੀਂ ਗਾਉਂਦਾ ਹੈ। ਝੂਠੈ ਲਾਲਚ ਲਾਗ ਕੈ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੇ ਲਾਲਚ ਤੈਨੂੰ ਲੱਗੇ ਹੋਏ ਆ ਨਾ ਪਦਾਰਥਾਂ ਦੇ ਇਕੱਠੇ ਕਰਨ ਦੇ, ਜਗਤ ਦੇ ਰਸਾਂ ਦੇ, ਜਿਹੜੇ ਕੋਈ ਤੈਨੂੰ ਪਰਿਵਾਰਕ ਸੰਬੰਧਾਂ ਦੇ ਰਸ ਜੁੜੇ ਹੋਏ ਆ, ਇਹ ਝੂਠੇ ਲਾਲਚ ਲਾਗ ਕੈ। ਕਿਉਂਕਿ ਸਾਰੇ ਝੂਠੇ ਲਾਲਚ ਹੈ ਇਹਨਾਂ ਵਿੱਚ ਲੱਗ ਕਰਕੇ, ਜਿਨ੍ਹਾਂ ਨੂੰ ਤੂੰ ਆਪਣੇ ਸਮਝ ਰਿਹਾ ਕਿ ਬੜਾ ਮੈਂ ਰੁਝੇਵੇਂ ਦੇ ਵਿੱਚ ਹਾਂ, ਇਹ ਸਾਰੇ ਤੇਰੇ ਝੂਠੇ ਹੀ ਹੈ ਕੰਮ। ਇਹ ਲਾਲਚ ਤੇਰੇ ਅੰਦਰ ਲਲਕ ਲੱਗੀ ਹੋਈ ਹੈ। ਤੇ ਝੂਠੀ ਕਿਉਂ ਕਹੀ ਹੈ ਲਲਕ? ਕਿਉਂਕਿ ਤੇਰਾ ਕੁਝ ਵੀ ਨਹੀਂ ਸਵਾਰਨਾ ਇਸ ਲਲਕ ਨੇ। ਜਿਹੜਾ ਤੇਰੇ ਅੰਦਰ ਲਾਲਚ ਲੱਗਾ ਹੋਇਆ, ਅਮੀਰ ਹੋ ਜਾ, ਬੜਾ ਸੁਖੀ ਹੋ ਜਾ, ਬਹੁਤ ਜ਼ਿਆਦਾ ਭੱਜ ਦੌੜ ਹੈ, ਐਉਂ ਕਰਾਂਗੇ, ਫਿਰ ਨਾਮ ਜਪਿਆ ਕਰਾਂਗੇ, ਕੱਢਾਂਗੇ ਸਮਾਂ, ਫਿਰ ਭਜਨ ਕਰਿਆ ਕਰਾਂਗੇ। ਮਹਾਰਾਜ ਕਹਿੰਦੇ ਸਭ ਕੁਝ ਤੇਰੀ ਇਹ ਲਾਲਸਾ ਵਿੱਚ ਹੀ ਰਹਿ ਜਾਣੀ ਹੈ, ਕਿਉਂਕਿ ਤੂੰ ਭਜਨ ਵਿੱਚ ਮਨ ਨਹੀਂ ਲਾਉਂਦਾ। ਉਮਰ ਲੰਘ ਰਹੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੰਸਾਰ ਦੇ ਜਿੰਨੇ ਵੀ ਲਾਲਚ ਹਨ ਸਭ ਝੂਠੇ ਹਨ। ਜਿਨ੍ਹਾਂ ਲਾਲਚਾਂ ਨੂੰ ਤੂੰ ਆਪਣੇ ਅੰਦਰ ਧਾਰਨ ਕੀਤਾ ਹੋਇਆ, ਜਿਉਣ ਦਾ ਲਾਲਚ ਹੈ ਤੇਰੇ ਅੰਦਰ, ਝੂਠੇ ਲਾਲਚੀ ਜੀ ਲੱਗਾ ਹੋਇਆ, ਕਿਉਂਕਿ ਮਰਨਾ ਤਾਂ ਪੱਕਾ ਹੀ ਹੈ, ਇੱਕ ਦਿਨ ਮੌਤ ਆਉਣੀ ਹੈ। ਇਹ ਵੀ ਝੂਠੇ ਲਾਲਚ ਵਿੱਚ ਲੱਗ ਕਰਕੇ ਨਹਿ ਮਰਨ ਪਛਾਨਾ, ਨਹੀਂ ਤੂੰ ਆਪਣੀ ਮਰਨ ਨੂੰ, ਆਪਣੀ ਮੌਤ ਨੂੰ ਪਛਾਣਿਆ ਹੀ ਨਹੀਂ। ਤੇ ਝੂਠਾ ਲਾਲਚ ਹੈ ਨਾ ਜਿਉਣ ਦਾ ਵੀ ਤੇਰੇ ਅੰਦਰ ਫਿਰ, ਕਿਉਂਕਿ ਝੂਠ ਤਾਂ ਹੈ ਕਿ ਸਰੀਰ ਕਰਕੇ ਸਥਿਰ ਰਿਹਾ ਹੀ ਕੋਈ ਨਹੀਂ। ਤੇ ਇਹ ਝੂਠਾ ਲਾਲਚ ਜਿਹੜਾ ਤੇਰੇ ਅੰਦਰ ਲੱਗਿਆ ਹੋਇਆ ਹੈ, ਮਹਾਰਾਜ ਕਹਿੰਦੇ ਪਦਾਰਥਾਂ ਦੇ ਇਕੱਠੇ ਕਰਨ ਦਾ, ਮਾਇਆ ਦੀ ਲਾਲਸਾ, ਹੋਰ ਕਈ ਪ੍ਰਕਾਰ ਦੇ ਭੋਗਾਂ ਨੂੰ ਭੋਗਣ ਦਾ, ਇਸ ਝੂਠੇ ਜਗਤ ਦੇ ਅੰਦਰ ਝੂਠੇ ਲਾਲਚਾਂ ਦੇ ਵਿੱਚ ਫਸ ਕਰਕੇ ਨਹਿ ਮਰਨ ਪਛਾਨਾ। ਤੂੰ ਆਪਣੀ ਮੌਤ ਨੂੰ, ਆਪਣੇ ਮਰਨ ਨੂੰ ਪਛਾਣਿਆ ਨਹੀਂ, ਚੇਤਾ ਨਹੀਂ ਕੀਤਾ ਕਿ ਇੱਕ ਦਿਨ ਸੰਸਾਰ ਤੋਂ ਚੱਲਣਾ ਹੈ। ਅਜਹੂ ਕਛ ਬਿਗੜਿਓ ਨਹੀਂ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਹੱਥ ਜੋੜੀਏ, ਮਹਾਰਾਜ ਕਿਰਪਾ ਕਰੋ ਮਹਾਰਾਜ ਜੀ, ਮੈਂ ਨਹੀਂ ਚੇਤੇ ਕੀਤਾ। ਮਹਾਰਾਜ ਭਜਨ ਨਹੀਂ ਮੈਥੋਂ ਹੋਇਆ, ਮੈਨੂੰ ਕੋਈ ਇਕਰਾਰ ਨਹੀਂ ਮਾਤਾ ਦੇ ਗਰਭ 'ਚ ਕੀਤੇ ਹੋਏ ਚੇਤੇ, ਸਭ ਕੁਝ ਮਾਇਆ ਦੇ ਪ੍ਰਬਲ ਜ਼ੋਰ ਕਰਕੇ ਮਹਾਰਾਜ ਵਿਸਰ ਗਿਆ। ਮੂਰਖ ਹਾਂ ਮਹਾਰਾਜ, ਅਗਿਆਨੀ ਹੈ ਸੱਚੇ ਪਾਤਸ਼ਾਹ, ਝੂਠੇ ਲਾਲਚਾਂ 'ਚ ਲੱਗਿਆ ਹੋਇਆ, ਮੌਤ ਦਾ ਕਦੇ ਚੇਤਾ ਨਹੀਂ ਕੀਤਾ। ਜੇ ਚੇਤਾ ਆ ਜੇ ਤੇ ਡਰ ਜਾਂਦਾ ਮਹਾਰਾਜ, ਐਸੀ ਮੇਰੀ ਬੁਰੀ ਹਾਲਤ ਹੈ। ਮਹਾਰਾਜ ਮੈਂ ਹੁਣ ਕੀ ਕਰਾਂ, ਇੰਨਾ ਮੇਰਾ ਬੁਰਾ ਹਾਲ ਹੈ। ਸਤਿਗੁਰੂ ਗਰੀਬ ਨਵਾਜ ਤਰਵਾਸ ਦਿੰਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਬਾਣੀ ਰੂਪੀ ਹੱਥ ਸੀਸ ਤੇ ਰੱਖਦਿਆਂ ਹੋਇਆਂ ਕਹਿੰਦੇ ਐ ਕਿ ਅਜਹੂ ਕਛ ਬਿਗੜਿਓ ਨਹੀਂ। ਮਹਾਰਾਜ ਕਹਿੰਦੇ ਅਜੇ ਵੀ ਜਿਵੇਂ ਪਿਤਾ ਆਪਣੇ ਪੁੱਤਰ ਨਾਲ ਪਿਆਰ ਕਰਦਾ ਨਾ, ਤੇ ਫਿਰ ਵੀ ਭੁੱਲੇ ਹੋਏ ਨੂੰ ਪਿਤਾ ਸਮਝਾ ਦਿੰਦਾ ਹੈ, ਇਉਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਫਿਰ ਵੀ ਸਾਨੂੰ ਇੰਨਿਆਂ ਵਿਗੜਿਆਂ ਹੋਇਆਂ ਨੂੰ ਲਾਡ ਕਰਦੇ ਆ ਗਰੀਬ ਨਵਾਜ।
ਸੱਚੇ ਪਾਤਸ਼ਾਹ ਫਿਰ ਵੀ ਗਰੀਬ ਨਵਾਜ ਪਿਆਰ ਕਰਕੇ ਭਜਨ ਵੱਲ ਲਾਉਣ ਦੀ ਸਿੱਖਿਆ ਦਿੰਦੇ ਐ। ਮਹਾਰਾਜ ਕਹਿੰਦੇ ਅਜਹੂ ਕਛ ਵਿਗੜਿਓ ਨਹੀਂ, ਅਜੇ ਵੀ ਕੁਝ ਵਿਗੜਿਆ ਨਹੀਂ ਹੈ, ਕਿਉਂਕਿ ਤੈਨੂੰ ਫਿਰ ਵੀ ਉਪਦੇਸ਼ ਸੁਣ ਹੀ ਰਿਹਾ ਨਾ, ਤੇਰੇ ਅੰਦਰ ਸਵਾਸ ਚੱਲ ਰਹੇ ਆ ਨਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਅਜਹੂ ਕਛ ਵਿਗੜਿਓ ਨਹੀਂ, ਅਜੇ ਵੀ ਕੁਝ ਵੀ ਨਹੀਂ ਵਿਗੜਿਆ ਹੈ। ਜਿਵੇਂ ਕਿਸੇ ਦੇ ਬੇਰ ਡੁੱਲ ਜਾਣ ਤੇ ਫਿਰ ਮਨ ਵਿੱਚ ਪਛਤਾਵਾ ਕਰਦਾ ਨਾ, ਤੇ ਫਿਰ ਕਹਿੰਦਾ ਕੋਈ ਸਿਆਣਾ ਕਿ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਤੇ ਇਹਨਾਂ ਨੂੰ ਚੱਕ ਕੇ ਤੂੰ ਟੋਕਰੇ 'ਚ ਪਾ ਕੇ ਇਕੱਠੇ ਕਰ ਲੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅਜੇ ਵੀ ਤੇਰੇ ਕੋਲ ਸਵਾਸ ਹੈਗੇ। ਅਜਾਮਲ ਦਾ ਚੇਤਾ ਕਰ ਲੈ, ਉਹ ਤਾਂ ਅੰਤ ਕਾਲ ਮਹਿ ਨਾਰਾਇਣ ਸੁਧ ਆਈ, ਉਹਨੂੰ ਅੰਤ ਕਾਲ ਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਦੀ ਸੁਧ ਆ ਗਈ ਸੀ, ਪ੍ਰੀਤ ਲੱਗ ਗਈ ਸੀ, ਤਾਂ ਤੇਰੇ ਤੇ ਅੰਦਰ ਸਵਾਸ ਵਗ ਰਹੇ ਆ ਅਜੇ। ਅਜਹੂ ਕਛ ਵਿਗੜਿਓ ਨਹੀਂ, ਮਹਾਰਾਜ ਕਹਿੰਦੇ ਅਜੇ ਵੀ ਕੁਝ ਨਹੀਂ ਵਿਗੜਿਆ ਹੈ, ਤੇਰੇ ਅੰਦਰ ਸਵਾਸ ਚੱਲਦੇ ਹੈ, ਤੇਰੇ ਕੋਲ ਜਨਮ ਤੇਰੇ ਹੱਥਾਂ ਵਿੱਚ ਅਜੇ ਹੈ ਜਨਮ ਪਦਾਰਥ। ਵੇਖ ਮਹਾਰਾਜ ਕਹਿੰਦੇ ਇਸ ਗੱਲ ਨੂੰ ਸੰਭਾਲ ਚੇਤੇ ਕਰ, ਅਜੇ ਵੀ ਕੁਝ ਨਹੀਂ ਵਿਗੜਿਆ ਹੈ। ਜੋ ਪ੍ਰਭ ਗੁਣ ਗਾਵੇ, ਜਿਹੜਾ ਤਤਪਰ ਹੋ ਕਰਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਣ ਲੱਗ ਜਾਵੇ, ਪ੍ਰਭੂ ਦੀ ਸਿਫਤ ਵਡਿਆਈ ਵਿੱਚ ਜਿਹਦਾ ਚਿੱਤ ਲੱਗ ਜਾਵੇ, ਮਹਾਰਾਜ ਕਹਿੰਦੇ ਅਜੇ ਵੀ ਉਹਦੇ ਲਈ ਕੁਝ ਨਹੀਂ ਵਿਗੜਿਆ। ਵਾਹਿਗੁਰੂ ਜੀ ਦੇ ਭਜਨ ਵਿੱਚ ਮਹਾਰਾਜ ਕਹਿੰਦੇ ਲੱਗ ਜਾ, ਅਜੇ ਵੀ ਕੁਝ ਨਹੀਂ ਵਿਗੜਿਆ। ਜੇ ਕਰਕੇ ਪਿਛਲੀ ਉਮਰ ਨੂੰ ਚੇਤੇ ਕਰਦਾ ਝੂਰਦਾ ਰਹੋ, ਕਿਉਂਕਿ ਕੀਤੇ ਹੋਏ ਪਾਪ, ਕੀਤੇ ਹੋਏ ਬੁਰੇ ਕਰਮ ਜੀਵ ਨੂੰ ਐਸਾ ਅਧੋਗਤੀ ਨੂੰ ਲਿਜਾਂਦੇ ਐ ਕਿ ਪਿਛਲੀਆਂ ਕੀਤੀਆਂ ਗਲਤੀਆਂ ਦਾ ਹੀ ਝੋਰਾ ਮਨ ਵਿੱਚ ਕਰ ਕਰਕੇ, ਜਿਹੜੇ ਗੁਣ ਨਹੀਂ ਕਮਾਏ, ਮੇਰੀ ਉਮਰ ਲੰਘ ਗਈ ਝੋਰਾ ਕਰ ਕਰਕੇ ਅੱਗੇ ਨੂੰ ਨਹੀਂ ਤਤਪਰ ਹੁੰਦਾ। ਸਤਿਗੁਰੂ ਜੀ ਕਹਿੰਦੇ ਜਿਹੜੀ ਲੰਘ ਗਈ ਲੰਘ ਗਈ ਹੈ, ਅਜਹੂ ਸਮਝ, ਹੁਣ ਵੀ ਸਮਝ ਜਾ। ਮਹਾਰਾਜ ਕਹਿੰਦੇ ਅਜਹੂ ਕਛ ਵਿਗੜਿਓ ਨਹੀਂ, ਅਜੇ ਵੀ ਕੁਝ ਨਹੀਂ ਵਿਗੜਿਆ। ਵਾਹਿਗੁਰੂ ਦਾ ਭਜਨ ਕਰਨ ਲੱਗ ਜਾ। ਜੋ ਪ੍ਰਭ ਗੁਣ ਗਾਵੇ, ਜਿਹੜਾ ਵਾਹਿਗੁਰੂ ਦੇ ਪ੍ਰਭੂ ਦੇ ਗੁਣਾਂ ਨੂੰ ਗਾਉਂਦਾ ਹੈ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਦੇ ਤਾਈਂ ਬੜਾ ਭਾਰੀ ਫਿਰ ਫਲ ਪ੍ਰਾਪਤ ਹੁੰਦਾ ਹੈ। ਆਪਣੀ ਗਈ ਹੋਈ ਉਮਰ ਨੂੰ ਵੀ ਉਹ ਬਚਾ ਲੈਂਦਾ ਹੈ, ਵਿਸ਼ਿਆਂ ਵਕਾਰਾਂ ਔਗਣਾਂ ਵਿੱਚ ਡੁੱਲੀ ਹੋਈ ਉਮਰ ਨੂੰ ਵੀ ਸਫਲਾ ਕਰ ਲੈਂਦਾ ਹੈ। ਅਜੇ ਸਮਝ ਲੈ ਕੁਝ ਨਹੀਂ ਵਿਗੜਿਆ ਹੈ। ਕਹੋ ਨਾਨਕ ਤੇਹ ਭਜਨ ਤੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੇਰੇ ਵਾਹਿਗੁਰੂ ਦੇ ਭਜਨ ਕਰਕੇ, ਨਾਮ ਦੇ ਜਪਣੇ ਕਰਕੇ ਨਿਰਭੈ ਪਦ ਪਾਵੈ। ਨਿਰਭੈ ਪਦਵੀ ਨੂੰ ਹੈ ਸਿੱਖਾ ਤੂੰ ਪਾ ਲਵੇਂਗਾ, ਜਿੱਥੇ ਕੋਈ ਭੈ ਨਹੀਂ ਵਿਆਪਦਾ, ਜਿੱਥੇ ਕੋਈ ਡਰ ਨਹੀਂ ਵਿਆਪਦਾ। ਆਪਣੇ ਆਤਮਿਕ ਸਰੂਪ ਨੂੰ ਪਾ ਲਏਗਾ, ਜਿਹੜਾ ਸਰੂਪ ਅੱਗ ਦੇ ਸਾੜਿਆਂ ਸਰਦਾ ਨਹੀਂ, ਸੜਦਾ ਨਹੀਂ, ਪਾਣੀ ਦੇ ਡੋਬਿਆਂ ਡੁੱਬਦਾ ਨਹੀਂ, ਉਸ ਆਤਮਿਕ ਸਰੂਪ ਨੂੰ ਪਾ ਲਵੇਂਗਾ, ਨਿਰਭੈ ਪਦਵੀ ਨੂੰ ਪਹੁੰਚ ਜਾਵੇਂਗਾ। ਕਹੋ ਨਾਨਕ ਤਿਹ ਭਜਨ ਤੇ, ਤਿਸ ਮੇਰੇ ਵਾਹਿਗੁਰੂ ਦੇ ਭਜਨ ਕਰਨੇ ਕਰਕੇ। ਜੋ ਪ੍ਰਭ ਗੁਣ ਗਾਵੇ, ਜੋ ਪ੍ਰਭੂ ਦੇ ਗੁਣਾਂ ਨੂੰ ਗਾਵੇਂਗਾ ਤੇ ਵਾਹਿਗੁਰੂ ਦੇ ਭਜਨ ਕਰਨੇ ਕਰਕੇ ਕੀ ਫਲ ਮਿਲੇਗਾ? ਨਿਰਭੈ ਪਦ ਪਾਵੈ। ਮਹਾਰਾਜ ਕਹਿੰਦੇ ਨਿਰਭੈਤਾ ਵਾਲੀ ਪਦਵੀ ਨੂੰ ਪਾ ਲਵੇਂਗਾ। ਵੇਖ ਲਓ ਇਹ ਭਜਨ ਨਾਲ ਦਾਤ ਮਿਲਦੀ ਹੈ। ਤੇ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਰਾਂ ਵਾਲਿਆਂ ਨੇ ਵਾਹਿਗੁਰੂ ਦਾ ਨਾਮ ਜਪਿਆ, ਬੰਦਗੀ ਕੀਤੀ। ਕਿੰਨੀ ਬੰਦਗੀ ਉਹ ਕਰਦੇ ਸੀ ਇਹ ਆਪਾਂ ਸਰਵਣ ਕਰਾਂਗੇ ਆਉਣ ਵਾਲੇ ਦਿਨਾਂ ਦੇ ਅੰਦਰ। ਤੇ ਬੰਦਗੀ ਦਾ ਪ੍ਰਤਾਪ ਸੀ। ਸਤਿਗੁਰੂ ਜੀ ਕਹਿੰਦੇ ਐ ਕਿ ਜਿਹੜਾ ਮੇਰੇ ਵਾਹਿਗੁਰੂ ਦਾ ਨਾਮ ਜਪਦਾ ਨਾ, ਕਹੋ ਨਾਨਕ ਤਿਹ ਭਜਨ ਤੇ ਨਿਰਭੈ ਪਦ ਪਾਵੈ, ਉਹਨੂੰ ਨਿਰਭੈ ਪਦਵੀ ਮਿਲ ਜਾਂਦੀ ਹੈ। ਹਕੂਮਤਾਂ ਡਰਾਉਣਾ ਚਾਹੁੰਦੀਆਂ ਸੀ, ਬੜਾ ਜ਼ਿਆਦਾ ਯਤਨ ਉਹਨਾਂ ਦਾ ਇਹੀ ਸੀ ਕਿ ਡਰ ਮੰਨ ਜਾਣ। ਗੁਰੂ ਤੇਗ ਬਹਾਦਰ ਸਾਹਿਬ ਦੇ ਉੱਤੇ ਯਤਨ ਸੀ ਨਰੰਗੇ ਦਾ ਕਿ ਡਰ ਜਾਣ। ਸਤਿਗੁਰੂ ਜੀ ਦੇ ਨੇਤਰਾਂ ਦੇ ਸਾਹਮਣੇ ਦੀਵਾਨ ਸਾਹਿਬ ਦੇ ਸ਼ੀਸ਼ ਤੇ ਆਰਾ ਚਲਾਉਣ ਦਾ ਮੰਤਵ ਕੀ ਸੀ? ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਦਿਲ ਦਹਿਲ ਜਾਵੇ, ਮਹਾਰਾਜ ਡਰ ਜਾਣ। ਸਤਿਗੁਰੂ ਜੀ ਦੇ ਸਾਹਮਣੇ ਭਾਈ ਦਿਆਲਾ ਜੀ ਨੂੰ ਦੇਗੇ 'ਚ ਉਬਾਲਿਆ, ਭਾਈ ਸਤੀ ਦਾਸ ਜੀ ਨੂੰ ਰੂਹ ਲਪੇਟ ਕੇ ਸਾੜਿਆ। ਪਰ ਸਤਿਗੁਰੂ ਜੀ ਦੀ ਤਾਂ ਬਾਣੀ ਕਹਿੰਦੀ ਹੈ ਕਹੋ ਨਾਨਕ ਤਿਹ ਭਜਨ ਤੇ। ਮਹਾਰਾਜ ਕਹਿੰਦੇ ਮੇਰੇ ਵਾਹਿਗੁਰੂ ਦੇ ਭਜਨ ਕਰਕੇ ਨਿਰਭੈ ਪਦ ਪਾਵੈ। ਉਸ ਨਿਰਭੈ ਪਦਵੀ ਨੂੰ ਤਾਂ ਭਾਈ ਮਤੀ ਦਾਸ ਜੀ ਨੇ ਪਾਇਆ ਹੋਇਆ, ਭਾਈ ਦਿਆਲਾ ਜੀ ਨੇ, ਭਾਈ ਸਤੀ ਦਾਸ ਜੀ ਨੇ ਪਾਇਆ ਹੋਇਆ। ਤੇ ਨਿਰੰਗਾ ਗੁਰੂ ਸਾਹਿਬ ਨੂੰ ਡਰਾਉਣਾ ਚਾਹੁੰਦਾ ਸੀ। ਇਸੇ ਤਰ੍ਹਾਂ ਹਕੂਮਤਾਂ, ਇਹ ਜ਼ਾਲਮ ਹਕੂਮਤ ਸਿੱਖਾਂ ਨੂੰ ਡਰਾਉਣਾ ਚਾਹੁੰਦੀ ਸੀ।
ਸਿੱਖਾਂ ਦੇ ਨਿਆਰੇਪਣ ਨੂੰ ਖਤਮ ਕਰਨਾ ਚਾਹੁੰਦੀ ਸੀ। ਤੇ ਜਿਸ ਸਰਕਾਰ ਦੇ ਐਡੇ ਜ਼ਿਆਦੇ ਬਲ ਤੋਂ ਕਿਸੇ ਪ੍ਰਕਾਰ ਦਾ ਵੀ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਭੈ ਨਹੀਂ ਮੰਨਿਆ, ਡਰ ਨਹੀਂ ਮੰਨਿਆ। ਨਿਰਭੈਤਾ ਨਾਲ, ਅਣਖ ਤੇ ਗੈਰਤ ਨਾਲ ਜਿਉਣ ਦੀ ਜੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਜਾਚ ਦੱਸੀ ਸੀ, ਉਹਨਾਂ ਪੂਰਨਿਆਂ ਤੇ ਚੱਲੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਐ, ਜਿਹੜਾ ਮੇਰੇ ਵਾਹਿਗੁਰੂ ਦੇ ਭਜਨ ਨੂੰ ਕਰਦਾ ਹੈ, ਨਾਮ ਨੂੰ ਜਪਦਾ ਹੈ, ਮਹਾਰਾਜ ਕਹਿੰਦੇ ਭਜਨ ਦੇ ਨਾਲ ਪਦਵੀ ਇਹ ਮਿਲਦੀ ਹੈ, ਕਹੋ ਨਾਨਕ ਤਿਹ ਭਜਨ ਤੇ ਨਿਰਭੈ ਪਦ ਪਾਵੈ। ਨਿਰਭੈਤਾ ਵਾਲੀ ਪਦਵੀ ਜਿਹੜੀ ਹੈ ਨਾ ਉਹ ਪ੍ਰਾਪਤ ਹੋ ਜਾਂਦੀ ਹੈ। ਵਾਹਿਗੁਰੂ ਦੇ ਸਰੂਪ ਵਿੱਚ ਅਭੇਦ ਹੋ ਜਾਈਦਾ। ਨਿਰਭਉ ਜਪੈ ਸਗਲ ਭਉ ਮਿਟੈ। ਇਹ ਦਾਤ ਮਹਾਰਾਜ ਕਹਿੰਦੇ ਪ੍ਰਾਪਤ ਹੁੰਦੀ ਹੈ। ਤਲੰਗ ਰਾਗ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਸ਼ਬਦ ਉਚਾਰਨ ਕੀਤਾ ਹੋਇਆ ਸੰਪੂਰਨ ਹੋਇਆ। ਮਹਾਰਾਜ ਕਿਰਪਾ ਕਰਨ, ਜਿਵੇਂ ਸਤਿਗੁਰੂ ਜੀ ਅੱਗੇ ਬਰਾਗਮਈ ਉਪਦੇਸ਼ ਗਰੀਬ ਨਵਾਜ ਬਖਸ਼ਿਸ਼ ਕਰਨਗੇ। 2 ਸ਼ਬਦ ਹੋਰ ਹਨ, ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਸਰਵਣ ਕਰਾਂਗੇ। ਅੱਜ ਸਮਾਂ ਥੋੜਾ ਵਧੀਕ ਲੱਗਾ ਹੈ। ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰਨੀ, ਮਾਫੀ ਬਖਸ਼ਣੀ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਅਜੁਹੂ ਕਛ ਬਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੈ। ਕਹੋ ਨਾਨਕ ਤਿਹ ਭਜਨ ਤੇ ਨਿਰਭੈ ਪਦ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਘਰ ਨਉ ਨਿਦ ਆਵੈ ਧਾਏ, ਘਰ ਨਉ ਨਿਦ ਆਵੈ ਧਾਏ। ਘਰ ਨਉ ਨਿਦ ਆਵੈ ਧਾਏ, ਘਰ ਨਉ ਨਿਦ ਆਵੈ ਧਾਏ। ਘਰ ਨਉ ਨਿਦ ਆਵੈ ਧਾਏ, ਘਰ ਨਉ ਨਿਦ ਆਵੈ ਧਾਏ। ਘਰ ਨਉ ਨਿਦ ਆਵੈ ਧਾਏ, ਘਰ ਨਉ ਨਿਦ ਆਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।